तेरे कोले आने मिल के सिर नूं चुकाने तू सुन ले दुआवां रब्बा मेरे तू सुन ले दुआवां रब्बा मेरे थैंक यू फादर। एक आस लेके आए हाँ फरियाद लेके आए हाँ एक आस लेके आए हाँ फरियाद लेके आए हाँ तू सुन ले दुआवां रब्बा मेरे तू सुन ले दुआवां थैंक यू फादर रब्बा मेरे एक बार फिर तो एक आस लेके आए हाँ फरियाद ओ रब्बा शखंद्रियल रब नमाना आस लेके सचमुच खुदावन जी साडियां आसां ते उम्मीदां तेरे उत्ते है प्रभु जी लेके आए साडियां दुआवां दा उत्तर दे अज प्रभु जी दुआवां रब्बा मेरे तू सुन ले दुआवां रब्बा मेरे रब्बा मेरे रब्बा मेरे रब्बा मेरे रब्बा मेरे तेरे कोले आने सिर नूं चुकाने तेरे कोले आने तारीफ हो तेरी तारीफ चुकाने ग्लोरी जीसस सुन ले दुआवां रब्बा मेरे होली जीसस सुन ले ग्लोरी दुआवां फादर रब्बा मेरे धन्यवाद यीशु थैंक यू जीसस दुआवां धन्यवाद यीशु मेरे ਤੁਹਾਡੀਆਂ ਦੁਆਵਾਂ ਦਾ ਉੱਤਰ ਆਵੇਗਾ ਯਿਸੂ ਕੇ ਸਮਰਥੀ ਨਾਮ ਦੇ ਵਿੱਚ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲੀਆਂ ਗਈਆਂ ਵਾ ਤਾਰੀਫ ਕਰੋ ਯਿਸੂ ਮਸੀਹ ਦੇ ਲਈ ਹਾਲੇਲੂਇਆ ਹਾਲੇਲੂਇਆ ਯਹੋਵਾ ਪਰਮੇਸ਼ਵਰ ਨੇ ਆਖਿਆ ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਨੇ ਆਦਮ ਨੂੰ ਆਪਣੇ ਸਰੂਪ ਦੇ ਬਣਾਇਆ ਪਰ ਪਰਮੇਸ਼ਵਰ ਨੇ ਉਸ ਜਗ੍ਹਾ ਦੇ ਉੱਤੇ ਆਦਮ ਨੂੰ ਕਿਹਾ ਕਿ ਤੂੰ ਆਹ ਫਲ ਨਹੀਂ ਖਾਣਾ ਜਿਹੜਾ ਭਲੇ ਤੇ ਬੁਰੇ ਦੀ ਕੀ ਕਰਦਾ ਵਾ ਪਹਿਚਾਨ ਕਰਦਾ ਵਾ ਔਰ ਉਹਦੇ ਨਾਲ ਇੱਕ ਹੋਰ ਫਲ ਸੀਗਾ ਉਹ ਕਿਹੜਾ ਸੀਗਾ ਜੀਵਨ ਦਾ ਬ੍ਰਿਸ਼ ਬੋਲੋ ਜਿਹੜਾ ਜੀਵਨ ਦਾ ਬ੍ਰਿਸ਼ ਆ ਉਹ ਖਾਣ ਨਾਲ ਕੀ ਹੋਣਾ ਸੀਗਾ ਸਦਾ ਦਾ ਜੀਵਨ ਮਿਲਦਾ ਹੈ। ਬੋਲੋ ਆਦਮੀ ਨੇ ਅਮਰ ਹੋ ਜਾਣਾ ਸੀ ਕੀ ਹੋ ਜਾਣਾ ਸੀਗਾ ਅਮਰ ਹੋ ਜਾਣਾ ਸੀ ਹੁਣ ਸੁਣੋ ਇੱਥੇ ਲਿਖਿਆ ਤਦ ਯਹੋਵਾ ਪਰਮੇਸ਼ਰ ਨੇ ਆਖਿਆ ਵੇਖੋ ਆਦਮੀ ਭਲੇ ਤੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਬ੍ਰਿਸ਼ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਂਦਾ ਰਹੇ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਨੇ ਆਦਮ ਨੂੰ ਬਾਹਰ ਕੱਢਤਾ ਜਦੋਂ ਉਹਨੇ ਫਲ ਖਾ ਲਿਆ ਪਰਮੇਸ਼ਰ ਨੇ ਆਦਮ ਨੂੰ ਬਾਹਰ ਕੱਢਿਆ ਗੁੱਸੇ ਨਾਲ ਕਿ ਪਿਆਰ ਨਾਲ ਬੋਲੋ ਗੁੱਸੇ ਨਾਲ ਕਿ ਪਿਆਰ ਨਾਲ ਪਰਮੇਸ਼ਰ ਨੇ ਆਦਮ ਨੂੰ ਗੁੱਸੇ ਨਾਲ ਬਾਹਰ ਨਹੀਂ ਕੱਢਿਆ ਪਿਆਰ ਦਾ ਕਰਕੇ ਕੱਢਿਆ ਹਾਲੇਲੂਇਆ ਕਿਉਂਕਿ ਪਰਮੇਸ਼ਰ ਨੂੰ ਆਦਮ ਨੂੰ ਕੀ ਕਰਦਾ ਸੀਗਾ ਪਿਆਰ ਕਰਦਾ ਹੀ ਮੈਨੂੰ ਕਿਸੇ ਨੇ ਪੁੱਛਿਆ ਪਾਸਟਰ ਜੀ ਵੀ ਆਦਮ ਨੂੰ ਚਾਹੀਦਾ ਸੀ ਵੀ ਉਹ ਫਲ ਖਾ ਲੈਂਦਾ ਆਦਮ ਨੂੰ ਚਾਹੀਦਾ ਸੀ ਵੀ ਜਦੋਂ ਭਲੇ ਬੁਰੇ ਦਾ ਖਾ ਲਿਆ ਤਾਂ ਹੁਣ ਪਿੱਛੇ ਜਿਹੜਾ ਉਹ ਵੀ ਫਲ ਸੀ ਲਾਗੇ ਸੀ ਉਹ ਵੀ ਤੋੜ ਕੇ ਖਾ ਲੈਂਦਾ ਵੀ ਉਹਨੇ ਕਦੀ ਵੀ ਮਰਨਾ ਨਹੀਂ ਸੀ ਫਿਰ ਮੈਨੂੰ ਜਵਾਬ ਦਿੱਤਾ ਸੁਣੋ ਧਿਆਨ ਨਾਲ ਮੈਂ ਕਿਹਾ ਜੇ ਆਦਮ ਜੀਵਨ ਦਾ ਬ੍ਰਿਸ਼ ਖਾ ਜਾਂਦਾ ਫਿਰ ਯਿਸੂ ਮਸੀਹ ਨੇ ਧਰਤੀ ਤੇ ਨਹੀਂ ਸੀ ਹੋਣਾ ਕਿਉਂ ਮੈਂ ਕਿਹਾ ਪਰਮੇਸ਼ਰ ਨੇ ਉਹਨੂੰ ਪਿਆਰ ਦਾ ਕਰਕੇ ਬਾਹਰ ਕੱਢਿਆ ਕਿਉਂਕਿ ਜੇ ਫਲ ਉਹ ਖਾ ਲੈਂਦਾ ਉਹਨੇ ਸਦਾ ਹੀ ਪਾਪੀ ਰਹਿਣਾ ਸੀ ਕਿਉਂਕਿ ਪਹਿਲਾਂ ਉਹਨੇ ਪਾਪ ਕੀਤਾ ਫਲ ਖਾ ਕੇ ਜੇ ਜੀਵਨ ਦਾ ਖਾ ਲੈਂਦਾ ਫਿਰ ਉਹਨੇ ਅਮਰ ਹੋ ਜਾਣਾ ਸੀ ਫਿਰ ਸਾਰੀ ਜ਼ਿੰਦਗੀ ਕੀ ਰਹਿਣਾ ਸੀ ਉਹਨੇ ਪਾਪੀ ਰਹਿਣਾ ਸੀ ਇਸ ਲਈ ਪਰਮੇਸ਼ਰ ਨੇ ਪਿਆਰ ਦਾ ਕਰਕੇ ਉਹਨੂੰ ਬਾਗ ਵਿੱਚੋਂ ਬਾਹਰ ਕੱਢਿਆ ਵੀ ਬਾਹਰ ਜਾਊਗਾ ਯਿਸੂ ਮਸੀਹ ਆਊਗਾ ਤੇ ਸਦਾ ਦਾ ਜੀਵਨ ਪਾਵੇਗਾ ਹਾਲੇਲੂਇਆ ਹਾਲੇਲੂਇਆ ਤਾਰੀਫ ਕਰੋ ਯਿਸੂ ਮਸੀਹ ਦੇ ਲਈ ਓ
ओ सारा बाशके हालेलुया ਹਾਲੇਲੂਇਆ। ਹਾਲੇਲੂਇਆ। ਇਸ ਲਈ ਪਰਮੇਸ਼ਰ ਨੇ ਆਦਮ ਨੂੰ ਪਿਆਰ ਦਾ ਕਰਕੇ ਕੀ ਕੱਢ ਦਿੱਤਾ? ਲਿਖਿਆ ਬਾਈਬਲ 'ਚ ਹੱਥ ਵਧਾ ਕੇ ਕਿਤੇ ਜੀਵਨ ਦੇ ਬ੍ਰਿਸ਼ ਤੋਂ ਨਾ ਖਾ ਲਵੇ। ਜੇ ਖਾ ਲੈਂਦਾ ਆਦਮ ਸੱਚੀ ਅਮਰ ਹੋ ਜਾਣਾ ਸੀ, ਪਰ ਉਹਨੇ ਅਮਰ ਪਾਪੀ ਅਮਰ ਹੋਣਾ ਸੀ। ਕਿਹੜਾ ਅਮਰ ਹੋਣਾ ਸੀ? ਕਿਉਂਕਿ ਉਹਨੇ ਪਾਪ ਪਹਿਲਾਂ ਕੀ ਕੀਤਾ? ਉਹਨੇ ਪਾਪ ਕੀਤਾ ਵਾ। ਤੇ ਜੇ ਉਹ ਫਲ ਖਾ ਲੈਂਦਾ ਫਿਰ ਉਹਨੇ ਮਰਨਾ ਨਹੀਂ ਸੀ, ਉਹਨੇ ਸਾਰੀ ਜ਼ਿੰਦਗੀ ਪਾਪੀ ਹੀ ਰਹਿਣਾ ਸੀਗਾ, ਫਿਰ ਕੋਈ ਹੱਲ ਨਹੀਂ ਸੀ। ਕਰੋ ਹਾਲੇਲੂਇਆ। ਜੀਵਨ ਦਾ ਬ੍ਰਿਸ਼ ਅੱਜ ਆਪਾਂ ਇਹਦੇ ਬਾਰੇ ਸਿੱਖਣਾ। ਜੀਵਨ ਦਾ ਫਲ ਇਹ ਕਿੱਥੇ ਆ? ਅਦਨ ਦਾ ਬਾਗ ਕਿੱਥੇ ਗਿਆ? ਇਹਦੇ ਬਾਰੇ ਅੱਜ ਆਪਾਂ ਸਿੱਖਾਂਗੇ ਵੀ ਅਦਨ ਦਾ ਬਾਗ ਹੁਣ ਕਿੱਥੇ ਆ। ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਜੀਵਨ ਦੇ ਬ੍ਰਿਸ਼ ਦੇ ਬਾਰੇ, ਔਰ ਉਸ ਤੋਂ ਬਾਅਦ ਜਦੋਂ ਅਸੀਂ ਸੰਸਾਰ ਵੱਲ ਦੇਖਦੇ ਹਾਂ, ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਆ ਉਹ ਜੀਵਨ ਦਾ ਫਲ ਲੱਭਿਆ ਜਾਵੇ, ਉਹ ਅਦਨ ਦਾ ਬਾਗ ਮਿਲ ਜਾਵੇ। ਉਸ ਬ੍ਰਿਸ਼ ਨੂੰ ਪਰਮੇਸ਼ਵਰ ਨੇ ਜਿਹੜਾ ਲਾਇਆ ਸੀਗਾ, ਜੀਵਨ ਦਾ ਜਿਹੜਾ ਦਰਖਤ ਲਾਇਆ ਸੀ, ਉਹਦੇ ਉੱਤੋਂ ਫਲ ਤੋੜਿਆ ਜਾਵੇ। ਤੁਸੀਂ ਕਈਆਂ ਲੋਕਾਂ ਨੇ ਫਿਲਮਾਂ ਵੀ ਵੇਖੀਆਂ ਹੋਣਗੀਆਂ ਉਸ ਚੀਜ਼ ਤੇ ਬਣੀਆਂ ਹੋਈਆਂ ਵੀ ਉਹ ਜੀਵਨ ਦੇ ਅਮਰ ਫਲ ਨੂੰ ਲੱਭਦੇ ਪਏ ਆ ਵੀ ਕਿਤੇ ਨਾ ਕਿਤੇ ਸਾਨੂੰ ਅਮਰ ਵਾਲਾ ਜਿਹੜਾ ਅਮਰ ਹੋ ਜਾਵੇ, ਬੰਦਾ ਉਹ ਫਲ ਲੱਭ ਜਾਵੇ। ਮੈਂ ਉਹਨੂੰ ਲੱਭਾਂ, ਮੈਂ ਉਹਦੀ ਖੋਜ ਕਰਾਂ, ਉਹਨੂੰ ਖਾ ਲਵਾਂ। ਮਾਈਕਲ ਜੈਕਸਨ ਨੇ ਖੋਜ ਕੀਤੀ ਵੀ ਮੈਂ ਅਮਰ ਰਵਾਂ, ਪਰ ਉਹ ਨਹੀਂ ਰਹਿ ਸਕਿਆ। ਹਿਟਲਰ ਨੇ ਕੋਸ਼ਿਸ਼ ਕੀਤੀ, ਉਹ ਵੀ ਨਹੀਂ ਅਮਰ ਹੋ ਸਕਿਆ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਵੀ ਅਸੀਂ ਕੀ ਹੋ ਜਾਈਏ, ਅਮਰ ਹੋ ਜਾਈਏ, ਬੁਢਾਪਾ ਨਾ ਸਾਡੇ ਉੱਤੇ ਆਵੇ, ਪਰ ਅਖੀਰ ਉਹਨਾਂ ਨੂੰ ਵੀ ਕੀ ਮਰਨਾ ਪਿਆ। ਹਾਲੇਲੂਇਆ। ਅਖੀਰ ਉਹਨਾਂ ਨੂੰ ਮਰਨਾ ਪਿਆ। ਹਾਲੇਲੂਇਆ। ਅੱਜ ਅਸੀਂ ਜੀਵਨ ਦੇ ਬ੍ਰਿਸ਼ ਦੇ ਬਾਰੇ ਸਿੱਖਣਾ। ਅਦਨ ਦਾ ਬਾਗ ਕਿੱਥੇ ਆ? ਬੋਲੋ। ਕਹਿਣਗੇ ਉੱਪਰ ਚਲਾ ਗਿਆ। ਅਦਨ ਦਾ ਬਾਗ ਉੱਪਰ ਚਲਾ ਗਿਆ। ਅੱਜ ਵੀ ਜੀਵਨ ਦੇ ਬ੍ਰਿਸ਼ ਨੂੰ ਲੱਭਿਆ ਜਾ ਰਿਹਾ। ਜਿਹੜਾ ਐਬ ਦਾ ਸੰਦੂਕ ਆ ਉਹ ਵੀ ਲੋਕ ਕਹਿੰਦੇ ਉੱਪਰ ਚਲਾ ਗਿਆ, ਪਰ ਨਹੀਂ, ਬਾਈਬਲ ਦੇ ਵਿੱਚ ਲਿਖਿਆ ਉਹ ਵੀ ਧਰਤੀ ਤੇ ਹੀ ਆ। ਜਿਹੜਾ ਐਬ ਦਾ ਸੰਦੂਕ ਹੈ ਨਾ, ਉਹ ਵੀ ਧਰਤੀ ਦੇ ਫਸਟ ਓਰੀਜਨਲ ਉੱਪਰ ਆ, ਉਹਦੀ ਕਾਪੀ ਥੱਲੇ ਆ। ਜਿਹੜਾ ਮਿਲਾਪ ਦਾ ਤੰਬੂ ਬਣਾਇਆ ਗਿਆ ਸੀਗਾ ਤਾਂ ਮੂਸਾ ਨੇ ਵੇਖਿਆ ਸੀ, ਉਹ ਵੀ ਉੱਪਰ ਸੀ, ਪਰ ਉਹਦੀ ਕਾਪੀ ਉਹਨੇ ਥੱਲੇ ਬਣਾਈ। ਜਿਹੜਾ ਐਬ ਦਾ ਸੰਦੂਕ ਜਿਹੜਾ ਦੇਖਿਆ ਗਿਆ ਉੱਪਰ ਯਹੂਨਾ ਨੇ, ਉਹ ਵੀ ਓਰੀਜਨਲ ਉੱਪਰ ਆ, ਪਰ ਉਹਦੀ ਕਾਪੀ ਥੱਲੇ ਆ। ਹਾਲੇਲੂਇਆ। ਅੱਜ ਵੀ ਲੋਕੀ ਉਹਨੂੰ ਲੱਭਦੇ ਫਿਰਦੇ ਆ ਵੀ ਪਰਮੇਸ਼ਵਰ ਦੇ ਉਹ ਜੀਵਨ ਦੇ ਬ੍ਰਿਸ਼ ਨੂੰ ਲੱਭਦੇ ਪਏ ਆ ਵੀ ਅਸੀਂ ਖੋਜ ਕਰੀਏ ਉਹਦੀ, ਵੀ ਉਹ ਸਾਨੂੰ ਮਿਲ ਜਾਵੇ, ਵੀ ਅਸੀਂ ਖਾਈਏ ਤੇ ਅਮਰ ਹੋ ਜਾਈਏ। ਹਾਲੇਲੂਇਆ। ਤੁਸੀਂ ਖਾਣਾ ਚਾਹੁੰਦੇ ਹੋ ਜੀਵਨ ਦੇ ਬ੍ਰਿਸ਼ ਤੋਂ? ਅਮਰ ਹੋਣਾ ਚਾਹੁੰਦੇ ਹੋ? ਅਨੰਤ ਜੀਵਨ ਪਾਉਣਾ ਚਾਹੁੰਦੇ ਹੋ? ਆਵਾਜ਼ ਉੱਚੀ। ਹਾਲੇਲੂਇਆ। ਪਰਮੇਸ਼ਵਰ ਨੇ ਜੀਵਨ ਦੇ ਬ੍ਰਿਸ਼ ਤੋਂ ਜਿਹੜਾ ਲਾਇਆ ਸੀ, ਆਦਮ ਨੂੰ ਕਿਹਾ ਵੀ ਇਹ ਨਾ ਹੋਵੇ ਵੀ ਹੱਥ ਵਧਾ ਕੇ ਖਾ ਲਵੇ, ਉਸ ਤੋਂ ਪਹਿਲਾਂ ਮੈਂ ਕੀ ਕਰ ਦੇਵਾਂ, ਇਹਨਾਂ ਨੂੰ ਬਾਹਰ ਕੱਢ ਦੇਵਾਂ। ਫਿਰ ਬਾਗ ਦੇ ਜਦੋਂ ਬਾਹਰ ਕੱਢ ਦਿੱਤਾ, ਬਾਗ ਦੇ ਚਾਰੋਂ ਪਾਸੇ ਕੀ ਲੱਗ ਗਈ ਆ? ਫੌਜ ਲੱਗ ਗਈ ਪਰਮੇਸ਼ਵਰ ਦੀ। ਤਲਵਾਰ ਲੱਗ ਗਈ ਦੋ ਧਾਰੀ ਖੰਡੇ ਵਾਲੀ। ਫਰਿਸ਼ਤੇ ਲੱਗ ਗਏ ਕਰੂਬੀ, ਨਾ ਕੋਈ ਆਵੇ ਤੇ ਨਾ ਕੋਈ ਜਾਵੇ। ਹਾਲੇਲੂਇਆ। ਮੈਂ ਬਾਈਬਲ ਪੜ੍ਹ ਰਿਹਾ ਸੀ, ਜਦੋਂ ਬਾਈਬਲ ਪੜ੍ਹੀ ਖੁਦਾ ਨੇ ਦੱਸਿਆ ਉਦਨ ਦਾ ਬਾਗ ਕਿੱਥੇ ਆ। ਚੱਲੀਏ, ਜਾਣਾ ਬਾਗ 'ਚ ਘੁੰਮਣ ਜਾਣਾ। ਪਰ ਸ਼ਰਮ ਆ ਗਈ, ਪ੍ਰਭੂ ਨਾਲ ਘੁੰਮਣ ਜਾਣਾ। ਆ ਜਾਓ ਫਿਰ, ਖੋਲੋ ਹਿਜਕੀਏਲ ਦੀ ਕਿਤਾਬ। ਹਿਜਕੀਏਲ ਦੀ ਕਿਤਾਬ, ਉਹਦਾ 31 ਭਾਗ। ਹਿਜਕੀਏਲ ਚੈਪਟਰ 31 ਵਰਸ 18 ਆਇਤ ਪੜੋ ਦੀ। ਤੂੰ ਪ੍ਰਤਾਪ ਦੇ ਵਡਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਹਦੇ ਵਰਗਾ ਹੈ? ਪਰ ਤੂੰ ਅਦਨ ਦੇ ਰੁੱਖ ਦੇ ਨਾਲ ਧਰਤੀ ਦੇ ਪਤਾਲ ਵਿੱਚ ਤੱਕਿਆ ਜਾਵੇਂਗਾ। ਹਾਲੇਲੂਇਆ। ਹਾਲੇਲੂਇਆ। ਅਦਨ ਦਾ ਬਾਗ ਕਿੱਥੇ ਆ? ਪਤਾਲ 'ਚ। ਬੋਲੋ। ਧਰਤੀ ਦੇ ਥੱਲੇ ਬਹੁਤ ਸਾਰੀਆਂ ਜਗ੍ਹਾਵਾਂ,
ਅੱਜ ਵਿਗਿਆਨਿਕਾਂ ਨੇ ਆਕਾਸ਼ ਨੂੰ ਤਾਂ ਬੜਾ ਖੋਜ ਲਿਆ, ਪਰ ਧਰਤੀ ਤੇ ਅੱਜ ਤੱਕ ਸਮੁੰਦਰ ਤੱਕ ਉਹਨਾਂ ਨੇ 5% ਤੱਕ ਹੀ ਖੋਜ ਕੀਤੀ ਆ। ਜਿਹੜਾ ਅਦਨ ਦਾ ਬਾਗ ਆ ਨਾ, ਜਿਹੜਾ ਕਹਿੰਦੇ ਅਲੋਪ ਹੋ ਗਿਆ, ਉਹ ਅਲੋਪ ਨਹੀਂ ਹੋਇਆ, ਉਹ ਧਰਤੀ ਦੇ ਵਿੱਚ। ਤੁਸੀਂ ਤਾਂ ਬੋਲਦੇ ਹੀ ਨਹੀਂ ਆ, ਤੁਸੀਂ ਤਾਂ ਪੜ੍ਹ ਕੇ ਇਹ ਪੁਰਾਣੇ ਨੇਮ 'ਚ ਪੜ੍ਹ ਰਿਹਾ, ਮੈਂ ਤੁਹਾਨੂੰ ਪੜ੍ਹਾ ਰਿਹਾ ਵਾਂ ਹਿਜਕੀਏਲ ਦੇ ਬਾਰੇ। ਜੋ ਹਿਜਕੀਏਲ ਆ ਉਹਨੇ ਲਿਖਿਆ ਏ ਵੀ ਧੱਕਿਆ ਗਿਆ। ਅਦਨ ਦਾ ਬਾਗ ਕਿੱਥੇ ਆ? ਪਤਾਲ ਵਿੱਚ ਧੱਕਿਆ ਗਿਆ। ਪਹਿਲਾਂ ਤੁਹਾਨੂੰ ਕੀ ਲੱਗਦਾ ਸੀ ਕਿੱਥੇ ਆ? ਬੋਲੋ। ਉੱਪਰ। ਪਹਿਲਾਂ ਕਿੱਥੇ ਲੱਗਦਾ ਸੀ ਵੀ ਪਰਮੇਸ਼ਰ ਨੇ ਅਲੋਪ ਕਰਤਾ, ਉੱਪਰ ਲੈ ਗਿਆ? ਨਹੀਂ, ਪਰਮੇਸ਼ਰ ਨੇ ਉਹ ਬਾਗ ਧਰਤੀ ਦੇ ਹੇਠਾਂ ਰੱਖਿਆ ਹੋਇਆ ਏ। ਉਹ ਨਿਕਲਣਾ ਇੱਕ ਸਮਾਂ ਆਉਣਾ, ਉਹ ਬਾਗ ਨਿਕਲਣਾ ਵਾ। ਉਹ ਬਾਗ ਕਦੋਂ ਨਿਕਲਣਾ ਵਾ? ਜਦੋਂ ਪਰਮੇਸ਼ਵਰ ਨੇ 1000 ਸਾਲ ਲਈ ਰਾਜ ਕਰਨਾ। ਜਦੋਂ ਜੈਤੂਨ ਦੇ ਪਰਬਤ ਦੇ ਉੱਤੇ ਆਪਣਾ ਪੈਰ ਮਾਰੇਗਾ, ਪਰਬਤ 2 ਭਾਗ ਹੋ ਜਾਵੇਗਾ, ਇੱਕ ਨਦੀ ਵਗੇਗੀ ਔਰ ਧਰਤੀ ਦੇ ਥੱਲਿਓਂ ਅਦਨ ਦਾ ਬਾਗ ਬਾਹਰ ਆਵੇਗਾ। ਹਾਲੇਲੂਇਆ, ਹਾਲੇਲੂਇਆ। ਜਿਹੜਾ ਅੱਜ ਦਾ ਕਲਾਮ ਹੈ ਨਾ, ਇਹ ਜਿਹੜੇ ਬਾਈਬਲ ਪੜ੍ਹਦੇ ਉਹਨਾਂ ਨੂੰ ਸਮਝ ਆਉਣੀ ਹੈ, ਜਿਹੜੇ ਨਵੇਂ ਉਹਨਾਂ ਨੂੰ ਸ਼ਾਇਦ ਨਾ ਹੀ ਆਵੇ। ਹਾਲੇਲੂਇਆ। ਕਿਉਂ? ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੋਇਆ, ਮੈਂ ਉਹਨਾਂ ਨੂੰ ਫਲ ਦੇਵਾਂਗਾ, ਉਹ ਖਾਣਗੇ ਤਾਂ ਚੰਗੇ। ਲੋਕ ਕਹਿੰਦੇ ਸੀ ਪਾਸਟਰ ਜੀ ਸਵਰਗ ਦੇ ਵਿੱਚ ਤਾਂ ਬਿਮਾਰ ਨਹੀਂ ਕੋਈ ਹੋਊਗਾ, ਪਰ ਇਹ ਲਿਖਿਆ ਹੋਇਆ ਵੀ ਜਿਹੜਾ ਫਲ ਖਾਊਗਾ ਉਹ ਚੰਗਾ ਹੋ ਜਾਊਗਾ। ਜਿਹੜੇ ਪੱਤੇ ਖਾਣਗੇ ਕੀ ਹੋ ਜਾਣਗੇ? ਚੰਗੇ। ਇਹ ਉਦੋਂ ਲੋਕ ਚੰਗੇ ਹੋਣੇ ਆ ਜਦੋਂ ਯਿਸੂ ਮਸੀਹ ਦਾ ਰਾਜ ਧਰਤੀ ਦੇ ਉੱਤੇ ਆਉਣਾ। 1000 ਸਾਲ ਲਈ ਸ਼ੈਤਾਨ ਸਵਰਗ ਤੋਂ ਧਰਤੀ ਦੇ ਵਿੱਚ ਅਧਲੋਕ ਵਿੱਚ ਸਿੱਟਿਆ ਜਾਣਾ। ਉਦੋਂ ਯਿਸੂ ਮਸੀਹ ਨੇ ਜੈਤੂਨ ਦੇ ਪਰਬਤ ਉੱਤੇ ਖੜੇ ਹੋ ਕੇ ਆਪਣਾ ਰਾਜ ਸ਼ੁਰੂ ਕਰਨਾ ਹੈ। ਉਦੋਂ ਅਦਨ ਦਾ ਬਾਗ ਉੱਪਰ ਆਉਣਾ ਹੈ। ਜਿਹੜੇ ਪ੍ਰਭੂ ਯਿਸੂ ਮਸੀਹ ਦੇ ਪਹਿਲੇ ਨਾਲ ਉਠਾਏ ਗਏ ਸੀ ਉਹ ਆਉਣਗੇ ਧਰਤੀ ਦੇ ਉੱਤੇ। ਫਿਰ ਜਿਹੜੇ ਥੱਲੇ ਰਹਿ ਗਏ ਸੀਗੇ, ਜਿਨ੍ਹਾਂ ਨੇ ਬਿਪਤਾ ਵਿੱਚ ਦੁੱਖ ਕੱਟਿਆ, ਜਿਹੜੇ ਬਿਮਾਰ ਰਹਿ ਗਏ ਸੀ ਧਰਤੀ ਦੇ ਉੱਤੇ, ਬਿਮਾਰ ਉਹ ਜਦੋਂ ਰੈਪਚਰ ਵਿੱਚ ਉਠਾਏ ਜਾਣੇ, ਜਿਹੜੇ ਰਹਿ ਜਾਣੇ ਆ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਣਾ ਬਾਅਦ ਵਿੱਚ ਇੱਕ ਵਾਰੀ ਫਿਰ ਤੋਂ, ਵੀ ਉਹ ਫਲ ਖਾਣਗੇ ਤੇ ਕੀ ਹੋ ਜਾਣਗੇ? ਚੰਗੇ ਹੋ ਜਾਣਗੇ। 1000 ਸਾਲ ਤੱਕ ਜੀਂਦੇ ਰਹੋਗੇ। ਕਿੰਨੇ ਸਾਲ ਤੱਕ? ਹਾਲੇਲੂਇਆ, ਹਾਲੇਲੂਇਆ। ਮੈਨੂੰ ਨਹੀਂ ਲੱਗਦਾ ਅੱਜ ਬਹੁਤਿਆਂ ਨੂੰ ਸਮਝ ਆਵੇਗੀ, ਥੋੜਿਆਂ ਨੂੰ ਆਵੇਗੀ ਪਰ ਅੱਜ। ਹਾਲੇਲੂਇਆ। ਕਿਉਂਕਿ ਥੋੜਾ ਜਿਹਾ ਨਾ ਭੇਤ ਵੀ ਸੁਣਿਆ ਕਰੋ ਕਲਾਮ ਦੇ। ਅਦਨ ਦਾ ਬਾਗ ਧਰਤੀ ਦੇ ਹੇਠਾਂ, ਔਰ ਇਹ ਕਦੋਂ ਹੋਣਾ? ਜਦੋਂ ਯਿਸੂ ਮਸੀਹ ਨੇ ਜੈਤੂਨ ਦੇ ਪਰਬਤ ਦੇ ਉੱਤੇ ਆ ਕੇ ਖੜੇ ਹੋਣਾ। ਹਾਲੇਲੂਇਆ। ਪੜ੍ਹ ਦਿਓ ਪਤਰਸ ਜੀ ਮੇਰੇ ਨਾਲ। ਜ਼ਕਰੀਆ 14 ਉਹਦੀ 4। ਜ਼ਕਰੀਆ 14 ਉਹਦੀ 4 ਆਈ। ਉਸ ਦਿਨ ਉਸ ਦੇ ਪੈਰ ਜੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ, ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ, ਅਤੇ ਜੈਤੂਨ ਦਾ ਪਹਾੜ ਚੜ੍ਹਦੇ ਤੋਂ ਲਹਿੰਦੇ ਤੀਕ ਵਿੱਚੋਂ ਪਾਟ ਜਾਵੇਗਾ। ਹਾਲੇਲੂਇਆ, ਹਾਲੇਲੂਇਆ। ਅੱਜ ਮੈਂ ਜਿਹੜਾ ਤੁਹਾਨੂੰ ਕਲਾਮ ਸੁਣਾ ਰਿਹਾ ਨਾ, ਇਹ ਬੜਾ ਖਾਸ ਹੈ। ਔਰ ਜੀਵਨ ਦੇ ਬ੍ਰਿਸ਼ ਦੇ ਬਾਰੇ, ਅਦਨ ਦੇ ਬਾਗ ਦੇ ਬਾਰੇ, ਇਹਨੂੰ ਧਿਆਨ ਨਾਲ ਸੁਣਨਾ ਔਰ ਲਿਖ ਲੈਣਾ। ਇਹ ਆਉਣ ਵਾਲੇ ਸਮੇਂ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਅੱਜ। ਹਾਲੇਲੂਇਆ। ਜਦੋਂ ਯਿਸੂ ਮਸੀਹ ਨੇ ਆਉਣਾ ਵਾ, ਹੁਣ ਸੁਣਨਾ ਧਿਆਨ ਨਾਲੇ ਕਰੇ, ਮੇਰੇ ਵੱਲ ਧਿਆਨ ਦਿਓ। ਇੱਕ ਤਾਂ ਯਿਸੂ ਮਸੀਹ ਨੇ ਆਉਣਾ ਜਿਹੜਾ ਪੈਲੂਸ ਨੇ ਕਿਹਾ, ਪਹਿਲੇ ਥੈਸਲੋਨੀਕੀਆਂ ਦੇ ਵਿੱਚ 4 ਭਾਗ, ਯਿਸੂ ਮਸੀਹ ਮਹਾਦੂਤਾਂ ਦੀ ਲਲਕਾਰ ਨਾਲ, ਤੁਰੀ ਦੀ ਆਵਾਜ਼ ਨਾਲ ਬੱਦਲਾਂ ਤੇ ਆਵੇਗਾ। ਉਹ ਪਹਿਲਾਂ ਆਉਣਾ ਯਿਸੂ ਮਸੀਹ ਨੇ, ਆਪਣੇ ਲੋਕਾਂ ਨੂੰ ਉਠਾ ਕੇ ਲੈ ਜਾਣਾ। ਜਦੋਂ ਉਹ ਚਲੇ ਜਾਣਗੇ, ਫਿਰ ਉਸ ਤੋਂ ਬਾਅਦ ਆ ਪਰਮੇਸ਼ਵਰ ਵਾਪਸ ਧਰਤੀ ਉੱਤੇ ਰਾਜ ਕਰਨ ਲਈ ਆਵੇਗਾ। ਤੇ ਜਿਹੜੇ ਰਹਿ ਗਏ ਸੀਗੇ ਲੋਕ, ਜਿਨ੍ਹਾਂ ਨੇ ਬਾਅਦ ਵਿੱਚ ਬਿਪਤਾ 'ਚ ਦਿਨ ਕੱਟੇ, ਦੁੱਖ ਕੱਟੇ, ਜਿਹੜੇ ਬਾਅਦ 'ਚ ਤੌਬਾ ਕਰਨਗੇ, ਜਿਹੜੇ ਧਰਮੀ ਬਾਅਦ ਵਿੱਚ ਬਣਨਗੇ, ਜਿਨ੍ਹਾਂ ਨੇ ਐਂਟੀ ਕ੍ਰਾਈਸਟ ਤੋਂ ਕੁੱਟ ਖਾਧੀ, ਛੱਤਰ ਪੌਲੇ ਖਾਧੇ ਆ, ਬਾਅਦ ਵਿੱਚ ਜਿਨ੍ਹਾਂ ਨੇ ਤੌਬਾ ਕਰਨੀ ਆ, ਉਹਨਾਂ ਵਾਸਤੇ ਫਿਰ ਇਹ ਰਾਜ ਆਵੇਗਾ। ਔਰ ਅਸੀਂ ਦੁਬਾਰਾ ਧਰਤੀ ਤੇ ਆਵਾਂਗੇ ਫਿਰ ਸਵਰਗ ਤੋਂ ਪਰਮੇਸ਼ਵਰ ਦੇ ਰਾਜ ਵਿੱਚ। ਹਾਲੇਲੂਇਆ। ਔਰ ਉਸ ਸਮੇਂ ਜਿਹੜੇ ਬਾਅਦ ਵਿੱਚ ਜਿਨ੍ਹਾਂ ਨੇ ਤੌਬਾ ਕੀਤੀ, ਜਿਹੜੇ ਬਿਮਾਰ ਹੋਣਗੇ, ਉਸ ਬ੍ਰਿਸ਼ ਤੋਂ ਖਾਣਗੇ ਔਰ ਕੀ ਹੋ ਜਾਣਗੇ? ਚੰਗੇ ਹੋ ਜਾਣਗੇ। ਕਨਫਿਊਜ਼ ਨਹੀਂ ਹੋਣਾ, ਕਿਉਂਕਿ ਤੁਸੀਂ ਪਹਿਲਾਂ ਕਲਾਮ ਪਤਾ ਨਹੀਂ ਕਿੱਦਾਂ ਸੁਣਿਆ ਔਰ ਪੜ੍ਹਿਆ ਵਾ। ਤੁਹਾਨੂੰ ਅੱਜ ਨਵੀਂ ਤਰੀਕੇ ਨਾਲ ਕਲਾਮ ਨੂੰ ਸੁਣੋ। ਇਹ ਤੁਹਾਨੂੰ ਸਮਝਣਾ ਵਾ ਧਿਆਨ ਨਾਲ,
क्योंकि जो कुछ भी आ बाइबल दे विच लिखिया होया, सारा कुछ, सारा डाटा आने वाले समय का बाइबल दे विच आ। कि यीशु मसीह खड़ा होवेगा पर्वत के उत्ते आके, और पर्वत की हो गया, वो जैतून का पहाड़ जिहड़ा अज भी इजराइल दे विच आ, ते यीशु मसीह ने उतरना कित्थे आ? बोलो। बाइबल च लिखिया होया वा, जो चेले यीशु मसीह तां नूं उठाए गए, चेले देखते ही मूँह चक के भी लगता यीशु मसीह का राज हुणे आवेगा, भी यीशु मसीह जाऊगा तो हुणे फौज लैके आऊगा। पर दो फरिश्ते आके की कहते तां नूं मूँह चक के ही देखण डए आ। फरिश्तिਆਂ ने कहा या नहीं कहा? भी चेलियां नूं भुलेखा सी भी जो हिजकियल ने लिखिया, जो जकरिया ने लिखिया भी वो हुणे ही होना वा, भी यीशु मसीह हुणे तां नूं गया, उपरों सुपरमैन वांगू आऊगा, इदां वजूगा पत्थर दे उत्ते, पत्थर की हो जाऊगा। उन्होंने पढ़िया होया सीगा, ये तोरा दे विच लिखिया होया वा, यहूदियां दी किताब विच लिखिया होया, ये तोरा दे विच लिखिया होईयां गल्लां। इसलिए चेलियां नूं यकीन सी भी यीशु मसीह दा राज हुणे की हो जाना वा, शुरू हो जाना वा। इसलिए तां नूं देखदे रहे। चेले खड़े या नहीं खड़े उत्थे? चेले 500 चेले खड़े आ, तां नूं वेखण दे यीशु मसीह, तां नूं देखी जांदे भी यीशु मसीह हुण भी वापसी आऊ थले नूं, हुण भी जैतून दे पहाड़ उत्ते वापस पैर मारूगा, भी 2 भाग होऊगा, भी यीशु मसीह राज शुरू करूगा, भी अज तो राज शुरू। पर नहीं, फरिश्तियां ने आके उन्होंने कहा वो जाओ, कहंदे जाके दुआ प्रार्थना करो, प्रभु हुण चले गए आ, प्रभु जी हुण चले गए। हालेलुया। और सुनो एक होर सीक्रेट भेद सुनो, प्रभु यीशु मसीह दा जिहड़ा स्वर्ग च शरीर आ, और जिहड़ा यीशु मसीह दा मरण तो बाद दा शरीर सी, ये शरीर बड़ा खास आ। तुहानूं पता जो यीशु मसीह जी जी उठे, उस तो बाद चेलियां दे कोल आए, बिना दरवाजा खोले कंध तो की हो गए, आर पार हो गए। और उत्थे आके कहंदा मैनूं कुछ खाण नूं दो वैलियो, मैनूं कुछ खाण नूं। यीशु मसीह ने मच्छी खाधी, आत्मा कदी मच्छी खांदी? यीशु मसीह दे कोल पावर इदां दी अपनी बॉडी नूं किसी भी तरह दा कर सकदा। स्वर्ग दे विच भी यीशु मसीह उठाए गए जदों, और यीशु मसीह दा शरीर तुहानूं पता जदों यीशु मसीह जी जी उठे जा रहे सी, 2 चेले सीगे जिन्हां ने यीशु मसीह नूं पछाणिया। क्यों? क्योंकि यीशु मसीह चाहुंदा सी भी वो मैनूं पछाणन ना, पर एक समा आया भी हुण यीशु मसीह ने कहा भी हुण मैनूं पहचान लैण, हुण मैनूं, मतलब कि ये शरीर सानूं भी मिलना वा। हालेलुया। ये गल ध्यान नाल सुननी आ, ये भेद है, सीक्रेट है। ये शरीर बाद विच सानू भी वो पावर मिलनी भी जिहदे उत्ते असीं चाहिए प्रगट हो जाइए, जिहदे उत्ते चाहिए प्रगट ना होइए। भी मैं चाहां भी मैं 100 बंदे च खड़ा, मैनूं कोई पहचाने ना, मैं चाहां तो मैनूं सारे बंदे पहचान लैण। यीशु मसीह उन्हां नूं क्यों नहीं पहचान विच आए? क्योंकि यीशु मसीह ने अपने सहरूप नूं इदां दा बना लिया भी उन्हां दी पहचान च नहीं आए। पर बाद विच ओही चेलियां ने मुड़ के यीशु मसीह नूं, हालेलुया, ये कलाम जिहड़ा तुसीं पढ़िया ना सही तरीके नाल सिखो, सुनो इनू। हालेलुया। यीशु मसीह ने पहला जो आना बदलों के उत्ते जिन्हों रैप्चर कहा गया वा, अपने नाल सारिਆਂ ਨੂੰ उठा के ले जाना। फिर उस तो बाद प्रकाश की पोथी च लिखा फिर 1000 साली शैतान नूं अधलोक विच ते राज यीशु मसीह दा होना जे नहीं होना 1000 साल ली। फिर वो कित्थे राज होना? इसे धरती ते ही होना वा, वो दूजी धरती बाद विच आउणी आ। हालेलुया। इसे धरती ते राज होना। इजराइल जैतून दा पर्वत, लोग कहते ने ना जेडे मुसलमान मेरे भरा वा, जद तक मक्का मदीना नहीं गए जिंदगी च ओदी प्रार्थना सफल, जद तक पौंडा साहब हजूर साहब नहीं गए सिख दी भगती अधूरी आ। वो जद तक असी कदी इजराइल च नहीं गए तो साडी भगती भी। कोशिश करियो, रब किरपा करे, जाके जरूर आयो इजराइल, जिथे तुहाडे बाप ने जन्म लिया सी ते जिथे दोबारा आउणा वा। हालेलुया, हालेलुया। सारी जिंदगी पैसा जोड़ते पैसा जोड़ते पैसे जोड़ते रह जाओगे। वो कदी अखां नाल जाके देखियो, जिहड़ी बाइबल पढ़ते हैं जो उत्थे जाके वेखोगे भी प्रभु यीशु मसीह जी इत्थों दी चले सी, आ छत थानी दी अधरंगी नूं लमकाया गया, इत्थे यीशु मसीह ने दुआ की, मैं बन गई। इस जगह के उत्ते 120 चेले चेलियां ने प्रार्थना की, इस जगह के उत्ते प्रभु यीशु मसीह नूं सलीब दित्ती गई। किन्ना तुहानूं फील होवेगा भी वो कबर भी देख के आयो, अज भी कबर वो खाली आ। 2013 दे विच मैं तो और भाई बब्बी गए सीगे, सारियां जगह देख के आए सीगे। तो जो मैं वो जगह देख के आउंदा ही बाद चों बाइबल पढ़दे ही तो यकीन नहीं सी हुंदा यार बाइबल च 2000 साल पहलां लिखा था, अज असीं वो जगह ते खड़े हाँ।
ਹਾਲੇਲੂਇਆ। ਦੇਖ ਕੇ ਆਇਓ ਕਦੀ ਵੀ ਜਦੋਂ ਤੁਹਾਨੂੰ ਸਮਾਂ ਹੋਇਆ, ਜਿੱਥੇ ਯਿਸੂ ਮਸੀਹ ਨੇ ਦੁਬਾਰਾ ਆਉਣਾ। ਜਦੋਂ ਇਜ਼ਰਾਈਲ 'ਚ ਖੜੇ ਹੁੰਦੇ ਨਾ ਭਾਈ ਜੀ, ਆਪਾਂ ਟੈਂਪਲ ਤੇ ਖੜੇ ਹੋਏ ਸੀ, ਸਾਹਮਣੇ ਜੈਤੂਨ ਦਾ ਪਰਬਤ ਦਿਸਦਾ ਹੀ, ਉਹ ਪਹਾੜ ਦਿਸਦਾ ਹੀ, ਉਹ ਭਵਨ ਤੋਂ ਸਾਹਮਣੇ ਪਹਾੜ ਆ ਜਿੱਥੇ ਯਿਸੂ ਮਸੀਹ ਗਏ ਸੀ ਤੇ ਜਿੱਥੇ ਯਿਸੂ ਮਸੀਹ ਨੇ ਆਉਣਾ ਵਾ। ਹਾਲੇਲੂਇਆ। ਕਿੰਨਾ ਆਨੰਦ ਆਇਆ ਸਾਨੂੰ ਉਸ ਜਗ੍ਹਾ ਦੇ ਉੱਤੇ। ਉਸ ਜਗ੍ਹਾ ਦੇ ਉੱਤੇ ਜਦੋਂ ਅਸੀਂ ਜਹਾਜ਼ 'ਚ ਉਤਰੇ ਤਾਂ ਉਤਰਦੇ ਸਾਰੀ ਪਹਿਲਾਂ ਮੈਂ ਧਰਤੀ ਨੂੰ ਚੁੰਮਿਆ ਸੀ ਵੀ ਮੈਂ ਉਸ ਪਵਿੱਤਰ ਧਰਤੀ ਦੇ ਉੱਤੇ ਅੱਜ ਪਹੁੰਚਿਆ ਜਿੱਥੇ ਮੇਰੇ ਪਿਤਾ ਨੇ ਕੀ ਲਿਆ ਵਾ, ਜਨਮ ਲਿਆ ਸੀਗਾ। ਹਾਲੇਲੂਇਆ, ਹਾਲੇਲੂਇਆ। ਫਿਰ ਉਹ ਅਸੀਂ ਗਲੀ ਵੇਖ ਕੇ ਆਏ, ਜਿਹੜੀ ਗਲੀ ਥਾਣੀ ਦੀ ਯੂਸਫ ਮਰੀਮ ਨੂੰ ਲੈ ਕੇ ਗਿਆ ਸੀਗਾ ਗਦੀ ਦੇ ਉੱਤੇ ਬਿਠਾ ਕੇ। ਪਰਮੇਸ਼ਵਰ ਦੀ ਕਿੱਡੀ ਕਿਰਪਾ ਵਾ ਉਸ ਸ਼ਹਿਰ ਦੇ ਉੱਤੇ, ਇਜ਼ਰਾਈਲ ਦੇ ਉੱਤੇ। ਤੇ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਆ ਉਹ ਵੀ ਯਹੂਦੀ ਆ। ਹਾਲੇਲੂਇਆ। ਜਿਹੜਾ ਲੜ ਰਿਹਾ ਨਾ ਇਸ ਟਾਈਮ ਉਹ ਵੀ ਕੀ ਆ, ਯਹੂਦੀ ਆ। ਔਰ ਮੈਂ ਨਿਊਜ਼ ਸੁਣ ਰਿਹਾ ਸੀਗਾ, ਜਿਹੜੇ ਯਹੂਦੀ ਲੋਕ ਨੇ ਜਿਹੜੇ ਆਰਮੀ ਦੇ ਵਿੱਚ ਆ ਉੱਥੇ ਯੂਕਰੇਨ ਦੇ ਵਿੱਚ, ਉਹਨਾਂ ਨੇ ਪ੍ਰਾਰਥਨਾ ਕੀਤੀ ਖੁਦਾ ਨੂੰ, ਪਰਮੇਸ਼ਰ ਨੂੰ ਆਗਿਆ ਦਿੱਤੀ ਔਰ ਪ੍ਰਾਰਥਨਾ ਕੀਤੀ, ਪ੍ਰਭੂ ਜੀ ਜਿਸ ਤਰ੍ਹਾਂ ਤੂੰ ਅਲੀਸ਼ਾ ਦੇ ਸਮੇਂ ਫੌਜ ਅੰਨੀ ਕਰ ਦਿੱਤੀ, ਇਹਨਾਂ ਨੂੰ ਅੰਨਿਆ ਕਰ ਦੇ, ਇਹਨਾਂ ਨੂੰ ਨਜ਼ਰ ਹੀ ਨਾ ਆਵੇ। ਉਸੇ ਤਰ੍ਹਾਂ ਹੀ ਹੋ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਟਿਕਾਣਾ ਕਿਹੜੇ ਤੇ ਹਮਲਾ ਕਰਨਾ, ਕਰੀ ਕਿਹੜੇ ਤੇ ਜਾਂਦੇ ਆ ਉਹ। ਹਾਲੇਲੂਇਆ। ਫਿਰ ਪਰਮੇਸ਼ਰ ਆਪ ਜੰਗ ਲੜ ਰਿਹਾ। ਕਹਿੰਦੇ ਇੱਕ ਫੌਜੀ ਨੇ ਦੱਸਿਆ, ਉਹਦੀ ਟੈਸਟਾਮਨੀਆਂ ਸੁਣਿਓ YouTube ਦੇ ਉੱਤੇ, ਯੂਕਰੇਨ ਦੇ ਫੌਜੀ ਦੀ ਟੈਸਟਾਮਨੀਆਂ। ਕਹਿੰਦਾ ਮੈਂ ਰਾਤ ਨੂੰ ਦੁਆ ਕਰ ਰਿਹਾ ਸੀ, ਪ੍ਰਭੂ ਜੀ ਜਿੱਦਾਂ ਤੂੰ ਗਦਿਆਉਣ ਦੇ ਸਮੇਂ ਵਿੱਚ ਫੌਜਾਂ ਆਪਸ 'ਚ ਲੜਾ ਛੱਡੀਆਂ, ਅੱਜ ਕਹਿੰਦਾ ਇਸ ਜਗ੍ਹਾ ਤੇ ਵੀ ਉਸ ਚੀਜ਼ ਹੋਵੇ। ਕਹਿੰਦਾ ਪਤਾ ਨਹੀਂ ਕੀ ਹੋਇਆ, ਟੈਂਕਾਂ ਦੇ ਆਪਸ ਦੇ ਵਿੱਚ ਹੀ ਗੋਲੇ ਚੱਲਣ ਲੱਗ ਪਏ। ਉਹਨਾਂ ਨੇ ਸਮਝਿਆ ਵੀ ਇਹ ਯੂਕਰੇਨ ਦੇ ਰਾਤ ਨੂੰ ਆਪਸ 'ਚ ਇੱਕ ਦੂਜੇ ਦੇ ਉੱਤੇ ਗੋਲੇ ਛੱਡਣ ਲੱਗ ਪਏ। ਹਾਲੇਲੂਇਆ। ਕੀ ਨਹੀਂ ਪਰਮੇਸ਼ਵਰ ਕਰ ਸਕਦਾ, ਸਭ ਕੁਝ। ਪਰ ਈਮਾਨ ਵੀ ਉਦਾਂ ਦਾ ਹੋਣਾ ਚਾਹੀਦਾ ਨਾ। ਹਾਲੇਲੂਇਆ। ਅੱਜ ਤੋਂ ਪਹਿਲਾਂ ਤੁਹਾਨੂੰ ਇੱਕ ਬੜੀ ਅੱਛੀ ਗੱਲ ਦੱਸੀ, ਅਦਨ ਦਾ ਬਾਗ ਕਿੱਥੇ ਆ? ਪਤਾਲ ਦੇ ਵਿੱਚ ਆ। ਤੁਹਾਨੂੰ ਮੈਂ ਕਹਿੰਦਾ ਕਿਸੇ ਪਾਦਰੀ ਨੂੰ ਵੀ ਨਹੀਂ ਪਤਾ ਹੋਣਾ। ਉਹ ਸਾਰੇ ਇਹ ਕਹਿੰਦੇ, ਮੈਂ ਪਾਸਟਰ ਮਨੀਰ ਜੀ ਨੂੰ ਇੱਕ ਵਾਰੀ ਪੁੱਛਿਆ ਸੀ ਜਦੋਂ ਮੈਂ ਜਾ ਗਿਆ ਸੀਗਾ ਆਪਣੇ ਪਿਤਾ ਜੀ ਦੇ ਨਾਲ, ਵੀ ਐਬ ਦਾ ਸੰਦੂਕ ਕਿੱਥੇ ਤੇ ਅਦਨ ਦਾ ਬਾਗ ਕਿੱਥੇ? ਉਹ ਕਹਿੰਦੇ ਜੀ ਉੱਪਰ ਉਠਾਇਆ ਗਿਆ। ਪਰ ਜਦੋਂ ਮੈਂ ਬਾਈਬਲ ਪੜ੍ਹੀ ਤੇ ਬਾਈਬਲ 'ਚ ਮੈਨੂੰ ਪਤਾ ਲੱਗਿਆ ਉਹ ਤਾਂ ਧਰਤੀ ਦੇ ਥੱਲੇ ਆ। ਅਦਨ ਦਾ ਬਾਗ ਕਿੱਥੇ? ਧਰਤੀ ਦੇ। ਜਿਹੜਾ ਉੱਪਰ ਵੇਖਿਆ ਨਾ ਯਹੂਨਾ ਨੇ, ਜਿਹੜਾ ਪਰਮੇਸ਼ਵਰ ਉੱਪਰ ਕਹਿ ਰਿਹਾ ਵਾ ਜੀਵਨ ਦਾ ਬ੍ਰਿਸ਼, ਉਹ ਓਰੀਜਨਲ ਹੈ। ਉਹਦੀ ਕਾਪੀ ਕਿੱਥੇ ਆ? ਥੱਲੇ ਆ। ਹਰੇਕ ਚੀਜ਼ ਦੀ ਕਾਪੀ ਆ। ਪਰਮੇਸ਼ਵਰ ਨੇ ਤੁਹਾਨੂੰ ਆਪਣੇ ਓਰੀਜਨਲ ਕੌਣ ਆ? ਤੁਸੀਂ ਕੀ ਆ ਉਹਦੀ? ਆ ਸਾਰੀਆਂ ਕੀ ਆ ਉਹਦੀ? ਕਾਪੀ ਆ। ਇਹ ਧਿਆਨ ਰੱਖਿਓ ਜ਼ਿੰਦਗੀ ਦੇ ਵਿੱਚ। ਜਿਹੜਾ ਮੂਸਾ ਨੇ ਸੰਦੂਕ ਬਣਾਇਆ ਸੀ, ਜਿਹੜਾ ਉਹ ਵੀ ਉੱਪਰ ਸੀਗਾ, ਉਹਦੀ ਕਾਪੀ ਉਹਨੇ ਥੱਲੇ ਬਣਾਈ ਸੀਗੀ। ਹਾਲੇਲੂਇਆ। ਅਦਨ ਦਾ ਬਾਗ ਧਰਤੀ ਦੇ ਹੇਠਾਂ ਵਾ ਤੇ ਉਸ ਤੋਂ ਹੇਠਾਂ ਅਧਲੋਕ ਦੇ ਫਾਟਕ ਆ। ਉਸ ਤੋਂ ਥੱਲੇ, ਜਿਹੜਾ ਉਸ ਤੋਂ ਵੀ ਥੱਲੇ ਜਾਂਦੇ ਆ, ਉਹ ਅੰਧਕਾਰ ਆ, ਘੁੱਪ ਹਨੇਰਾ ਵਾ, ਜਿੱਥੇ ਦਾਨਵ ਸੀਗੇ, ਜਿਹੜੇ ਵੱਡੇ ਵੱਡੇ ਦਾਊਦ ਦੇ ਨਾਲ ਜਿਨ੍ਹਾਂ ਨੇ ਫਾਈਟਾਂ ਕੀਤੀਆਂ। ਉਹ ਦਾਨਵ ਜਿਹੜੇ, ਉਹ ਰਾਖਸ਼ ਸੀਗੇ, ਉਹ ਜਿਹੜੇ ਫਰਿਸ਼ਤੇ ਜਿਹੜੇ ਉੱਪਰੋਂ ਥੱਲੇ ਸਿੱਟੇ ਗਏ ਸੀ, ਜਿਨ੍ਹਾਂ ਨੇ ਔਰਤਾਂ ਨਾਲ ਸੰਗ ਕੀਤਾ, ਉਹ ਥੱਲੇ ਬੰਦ ਕੀਤੇ ਹੋਏ ਆ। ਜਦੋਂ ਪਹਿਲਾ ਪਤਰਸ ਪੜ੍ਹਦੇ ਆ, ਹਾਲੇਲੂਇਆ, ਪਹਿਲਾ ਪਤਰਸ ਜਦੋਂ ਪੜ੍ਹਦੇ ਆ, ਪੜ੍ਹ ਦਿਓ, ਮੈਨੂੰ ਤੁਹਾਨੂੰ ਅੱਜ ਪਤਾ ਲੱਗੇ ਵੀ ਧਰਤੀ ਦੇ ਥੱਲੇ ਕੀ ਕੀ ਬੰਦ ਆ। ਉਹਦੀ 2:24 2:24 ਨਿੱਕੀ। ਉਹ ਆਪ ਸਾਡੇ ਪਾਪਾਂ ਨੂੰ, ਨਹੀਂ ਨਹੀਂ ਇਹ ਨਹੀਂ, ਮੈਨੂੰ ਖੋਲਣ ਦੇ। ਜੇ ਕਿਸੇ ਨੂੰ ਮਿਲ ਗਿਆ ਉਹ ਪੜ੍ਹ ਸਕਦਾ, ਜਿੱਥੇ ਪਤਰਸ ਕਹਿ ਰਿਹਾ ਵੀ ਅਧਲੋਕ ਦੇ ਵਿੱਚ ਸਿੱਟੇ ਗਏ। धन्यवाद यीशु। दूसरा पतरस 2 भाग ਉਹਦੀ 4 ਆਇਤ। ਕਿਉਂਕਿ ਜਦੋਂ ਪਰਮੇਸ਼ਵਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕੂਪਾਂ ਵਿੱਚ ਪਾ ਦਿੱਤਾ, ਭਈ ਨਿਆਂ ਦੇ ਲਈ ਕਾਬੂ ਰਹਿਣ, ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ, ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ, ਤਾਂ ਨੂਹ ਨੂੰ ਜਿਹੜਾ ਧਰਮ ਦਾ ਪ੍ਰਚਾਰਕ ਸੀ 7 ਹੋਰਨਾਂ ਸਣੇ ਬਚਾ ਲਿਆ। ਹਾਲੇਲੂਇਆ, ਹਾਲੇਲੂਇਆ। ਜਿਹੜੇ ਫਰਿਸ਼ਤਿਆਂ ਨੇ ਪਾਪ ਕੀਤਾ ਸੀ, ਪਾਪ ਦਾ ਮਤਲਬ ਇਹ ਆ ਵੀ ਜਿਨ੍ਹਾਂ ਨੇ ਔਰਤਾਂ ਦੇ ਨਾਲ ਸੰਗ ਕੀਤਾ ਸੀ, ਉਹਨਾਂ ਨੂੰ ਕਿੱਥੇ ਛੱਡ ਦਿੱਤਾ ਗਿਆ? ਅੰਧਕੂਪ ਵਿੱਚ, ਧਰਤੀ ਦੇ ਥੱਲੇ ਆ।
ਇਹ ਧਰਤੀ ਤੁਹਾਨੂੰ ਇੱਥੋਂ ਲੱਗਦਾ ਵੀ ਧਰਤੀ 'ਚ ਥੱਲੇ ਪਾਣੀ ਨਿਕਲਦਾ, ਪਾਣੀ 70-80 ਫੁੱਟ 200 ਫੁੱਟ 200-300 ਫੁੱਟ ਤੇ ਹੀ ਪਾਣੀ ਆ। ਉਸ ਤੋਂ ਥੱਲੇ ਨੂੰ ਚਲੇ ਜਾਓ, ਇਹ ਧਰਤੀ ਦੀ ਡੂੰਘਾਈ ਘੱਟੋ ਘੱਟ ਵੀ 4000 ਕਿਲੋਮੀਟਰ ਆ। ਇਹਦਾ ਜੇ ਇੱਥੋਂ ਥੱਲੇ ਸਿੱਧਾ ਬਿਲਕੁਲ ਥੱਲੇ ਨੂੰ ਜਾਣਾ ਹੋਵੇ, ਥੱਲੇ ਬਹੁਤ ਕੁਛ ਹੈ ਦੇ ਰੱਖਿਆ ਹੋਇਆ ਧਰਤੀ ਦੇ। ਬਦਰੂਹਾਂ ਧਰਤੀ ਦੇ ਥੱਲੇ ਬੰਦ ਕੀਤੀਆਂ ਹੋਈਆਂ। ਜਿਹੜੇ ਫਰਿਸ਼ਤੇ ਉੱਪਰੋਂ ਡਿੱਗੇ ਸੀ ਉਹ ਫਰਿਸ਼ਤੇ ਬੰਦ ਕਿੱਥੇ ਕੀਤੇ ਹੋਏ ਆ? ਬੋਲੋ। ਇੱਕ ਜਿਹੜੀਆਂ ਦੁਸ਼ਟ ਆਤਮਾ ਆਈਆਂ, ਕਿਹੜੀਆਂ ਦੁਸ਼ਟ ਆਤਮਾਵਾਂ? ਜਿਹੜੇ ਦਾਨਵ ਮਰਦੇ ਸੀ ਨਾ, ਉਹ ਕਦੀ ਵੀ ਸਰੀਰਕ ਤੌਰ ਨਾਲ ਮਰਦੇ ਸੀ, ਰੂਹਾਨੀ ਤਰੀਕੇ ਨਾਲ ਕਦੀ ਵੀ ਮਰਦੇ ਨਹੀਂ ਸੀਗੇ। ਉਸ ਸਮੇਂ ਦੀਆਂ ਦੁਸ਼ਟ ਆਤਮਾ ਘੁੰਮ ਰਹੀਆਂ, ਜਿਹੜੀਆਂ ਅੱਜ ਕਦੀ ਕਿਸੇ 'ਚ ਵੜ ਜਾਂਦੀ ਆ, ਕਦੀ ਕਿਸੇ ਦੇ ਵਿੱਚ। ਔਰ ਇੱਥੇ ਲਿਖਿਆ ਨਿਆਂ ਦੇ ਦਿਨ ਲਈ, ਜਦੋਂ ਯਿਸੂ ਮਸੀਹ ਜੀ ਗਏ ਕਿਸ਼ਤੀ ਦੇ ਵਿੱਚ ਬੈਠ ਕੇ, ਜਿਹੜਾ ਜੰਗਲ ਦੇ ਵਿੱਚ ਕਬਰਾਂ ਦੇ ਵਿੱਚ ਬੰਨਿਆ ਹੁੰਦਾ ਸੀ, ਬੰਦ ਸੀ, ਬਦਰੂਹਾਂ ਨੇ ਕੀ ਕਿਹਾ ਸੀ ਪ੍ਰਭੂ ਨੂੰ ਆ ਕੇ? ਬੋਲੋ। ਉਹ ਲਸ਼ਕਰ ਜਿਹਨੂੰ ਲਸ਼ਕਰ ਕਹਿੰਦੇ, ਜਿਹਦੇ ਬਦਰੂਹਾਂ ਸੀ, 6000 ਬਦਰੂਹਾਂ ਸੀ ਜਿਹਦੇ ਵਿੱਚ। ਜਦੋਂ ਪ੍ਰਭੂ ਜੀ ਉੱਥੇ ਗਏ, ਬਦਰੂਹਾਂ ਨੇ ਮੋਰੋਂ ਕੀ ਕਿਹਾ ਸੀ ਪ੍ਰਭੂ ਨੂੰ? ਮੈਂ ਕਹਿੰਦਾ ਇੰਨਾ ਪੁਰਾਣਾ ਕਲਾਮ ਹੈ ਇਹ। ਤੂੰ ਸਾਨੂੰ ਇਹ ਗੱਲ ਕਿਉਂ ਕਹੀ ਆ? ਕਿਉਂਕਿ ਬਦਰੂਆਂ ਨੂੰ ਵੀ ਪਤਾ ਇੱਕ ਸਮਾਂ ਵਾ ਪਰਮੇਸ਼ਵਰ ਨੇ ਰੱਖਿਆ ਜਦੋਂ ਸਾਡਾ ਕੀ ਹੋਣਾ ਵਾ। ਹਾਲੇਲੂਇਆ। ਨਿਆਂ ਹੋਣਾ ਵਾ ਬਦਰੂਆਂ ਦਾ। ਉਹਨਾਂ ਦਾ ਇੱਕ ਸਮਾਂ ਵਾ। ਸਮੇਂ ਤੋਂ ਪਹਿਲਾਂ ਪ੍ਰਭੂ ਜੀ ਜਦੋਂ ਉੱਥੇ ਪਹੁੰਚੇ ਆ, ਉਹ ਕਹਿੰਦੀਆਂ ਤੂੰ ਸਮੇਂ ਤੋਂ ਪਹਿਲਾਂ ਹੀ ਸਾਨੂੰ ਕੀ ਕਰਨਾ ਆ ਗਿਆ? ਤੰਗ ਕਰਨਾ ਆਇਆ ਵਾ। ਤੂੰ ਸਾਨੂੰ ਸਮੇਂ ਤੋਂ ਪਹਿਲਾਂ ਹੀ ਤੰਗ ਕਰਨਾ ਆਇਆ ਵਾ। ਇਸ ਲਈ ਪ੍ਰਭੂ ਨੇ ਉਹਨਾਂ ਨੂੰ ਅੰਧਕਾਰ ਵਿੱਚ ਭੇਜਿਆ ਦੁਬਾਰਾ। ਉਹਨਾਂ ਨੇ ਕੀ ਕਿਹਾ? ਸਾਨੂੰ ਕਿੱਥੇ ਭੇਜ ਦੇ? ਸੂਰਾਂ ਵਿੱਚ। ਯਿਸੂ ਮਸੀਹ ਅੰਧਕਾਰ 'ਚ ਨਹੀਂ ਸੀ ਭੇਜ ਸਕਦੇ। ਬੋਲੋ। ਭੇਜ ਸਕਦੇ ਸੀ, ਪਰ ਜੋ ਦਰਜ ਹੋ ਗਿਆ, ਜੋ ਲਿਖਿਆ ਗਿਆ ਵੀ ਇੱਕ ਸਮਾਂ ਵਾ ਨਿਆਂ ਹੋਣ ਦਾ, ਉਸ ਤੋਂ ਪਹਿਲਾਂ ਪ੍ਰਭੂ ਕਹਿੰਦਾ ਕਰ ਲੈ ਜਿੰਨੀ ਐਸ਼ ਤੂੰ ਕਰਨੀ ਆ, ਪਰ ਇੱਕ ਸਮਾਂ ਆਉਣਾ ਜਦੋਂ ਤੇਰਾ ਕੀ ਹੋਣਾ ਵਾ। ਹਾਲੇਲੂਇਆ। ਬਹੁਤ ਸਾਰਿਆਂ ਨੇ ਲੋਕਾਂ ਨੇ ਪੁੱਛਿਆ ਵੀ ਯਿਸੂ ਮਸੀਹ ਨੇ ਬਦਰੂਆਂ ਦਾ ਕਹਿਣਾ ਕਿਉਂ ਮੰਨਿਆ? ਬਦਰੂਆਂ ਨੇ ਕਿਹਾ, ਯਿਸੂ ਮਸੀਹ ਨੇ ਕਿਹਾ ਕਿ ਬਦਰੂਆਂ ਨੇ ਕਿਹਾ ਸੀ ਸਾਨੂੰ ਕਿੱਥੇ ਭੇਜ ਦੇ? ਬੋਲੋ। ਯਿਸੂ ਮਸੀਹ ਨੇ ਕਿਹਾ ਸੀ ਮੈਂ ਤੁਹਾਨੂੰ ਬਦਰੂਆਂ 'ਚ ਭੇਜ ਦਾਂਗਾ, ਜਾਂ ਬਦਰੂਆਂ ਨੇ ਕਿਹਾ ਵੀ ਸਾਨੂੰ ਸੂਰਾਂ 'ਚ ਭੇਜ ਦੇ? ਬੋਲੋ। ਫਿਰ ਯਿਸੂ ਮਸੀਹ ਨੇ ਤਾਂ ਉਹਨਾਂ ਦੀ ਗੱਲ ਮੰਨ ਲਈ। ਸਵਾਲ ਆ, ਯਿਸੂ ਮਸੀਹ ਨੇ ਤਾਂ ਬਦਰੂਆਂ ਦੀ ਕੀ ਮੰਨ ਲਈ? ਗੱਲ ਮੰਨ ਲਈ। ਇਹ ਤਾਂ ਯਿਸੂ ਮਸੀਹ ਨੂੰ ਬਦਰੂਆਂ ਨੂੰ ਪਤਾ ਵੀ ਸਾਡਾ ਉਹ ਸਮਾਂ ਨਹੀਂ ਜਦੋਂ ਯਿਸੂ ਮਸੀਹ ਨੇ ਸਾਡੀ ਛੱਤਰ ਪਰੇਡ ਕਰਨੀ ਆ। ਹੱਲੇ ਸਮਾਂ ਸਾਨੂੰ ਘੁੰਮਣ ਦਾ ਦਿੱਤਾ ਗਿਆ ਵਾ, ਇਸ ਲਈ ਅਸੀਂ ਘੁੰਮਦੇ ਫਿਰਦੇ ਹਾਂ। ਇਸ ਲਈ ਪ੍ਰਭੂ ਨੂੰ ਕਹਿੰਦੀਆਂ ਸਾਨੂੰ ਸਾਡੇ ਸਮੇਂ ਤੋਂ ਪਹਿਲਾਂ ਤੰਗ ਨਾ ਕਰ, ਸਾਨੂੰ ਜਾਣ ਦੇ। ਇਸ ਲਈ ਯਿਸੂ ਮਸੀਹ ਕਹਿੰਦਾ ਜਾਓ ਸੂਰਾਂ 'ਚ ਚਲੇ ਜਾਓ, ਜਾਓ ਸੂਰਾਂ 'ਚ ਚਲੇ। ਉਸੇ ਸਮੇਂ ਕਦ ਵਿੱਚ ਚਲੇ ਗਈਆਂ? ਉਹ ਸੂਰਾਂ ਦੇ ਵਿੱਚ ਚਲੀਆਂ ਗਿਆ। ਉਹ ਬਦਰੂਹਾਂ ਜਿਹੜੀਆਂ 6000 ਬਦਰੂਹਾਂ ਸੀ, ਉਹ ਸੂਰਾਂ ਦੇ ਵਿੱਚ ਚਲੀਆਂ ਗਈਆਂ। ਤੇ ਉਹ ਜਾ ਕੇ ਕੀ ਹੋ ਗਿਆ? ਸੂਰ ਮਰ ਗਏ। ਉਹ ਫਿਰ ਉੱਥੋਂ ਜਾ ਕੇ ਨਿਕਲ ਕੇ ਕਿਤੇ ਹੋਰ ਵੜ ਗਏ ਹੋਣਗੀਆਂ। ਹਾਲੇਲੂਇਆ। ਇਸੇ ਲਈ ਪਤਰਸ ਨੇ ਕਿਹਾ ਵਾ ਜਿਹੜੇ ਫਰਿਸ਼ਤਿਆਂ ਨੇ, ਦੂਤਾਂ ਨੇ ਪਾਪ ਕੀਤਾ, ਉਹ ਕਿੱਥੇ ਬੰਦਿਆ ਜੀ? ਨਰਕ ਵਿੱਚ। ਬੋਲੋ। ਨਰਕ ਦੇ ਵਿੱਚ ਬੰਦਿਆ। ਧਰਤੀ ਦੇ ਥੱਲੇ ਕਈ ਲੇਅਰਾਂ ਵਾ, ਲੇਅਰਾਂ ਬਣੀਆਂ ਹੋਈਆਂ ਵਾ, ਜਿਹਦੇ ਵਿੱਚ ਇੱਕ ਲੇਅਰ ਇਦਾਂ ਦੀ ਆ ਜਿੱਥੇ ਏਦਨ ਦਾ ਬਾਗ ਆ। ਇੱਕ ਲੇਅਰ ਇਦਾਂ ਦੀ ਆ ਜਿੱਥੇ ਸ਼ੈਤਾਨ ਆ, ਬਦਰੂਹਾਂ। ਉਸ ਤੋਂ ਥੱਲੇ ਕਈ ਪ੍ਰਕਾਰ ਦੀਆਂ ਲੇਅਰਾਂ ਵਾ, ਜਿੱਦਾਂ ਕੱਪੜੇ ਦੀਆਂ ਲੇਅਰਾਂ ਹੁੰਦੀਆਂ ਪਾਉਂਦੇ ਨਾ ਆਪਾਂ ਠੰਡ 'ਚ, ਥੱਲੇ ਬਨੈਣ, ਉੱਪਰ ਦੀ ਹੋਰ ਬਨੈਣ, ਉਹਦੇ ਉੱਤੋਂ ਦੀ ਹੋਰ ਬਨੈਣ, ਉਹਦੇ ਉੱਤੋਂ ਦੀ ਜੈਕਟ, ਕਈ ਤਰ੍ਹਾਂ ਦੇ ਪਾਉਂਦੇ। ਐਦਾਂ ਧਰਤੀ ਦੀਆਂ ਕਈ ਲੇਅਰਾਂ ਵਾ। ਮੈਂ ਤੁਹਾਨੂੰ ਦੱਸਿਆ ਤੇ ਕਈਆਂ ਨੂੰ ਸਮਝ ਲੱਗਣਾ ਤੇ ਕਈਆਂ ਨੂੰ ਨਹੀਂ ਲੱਗਣਾ। ਹਾਲੇਲੂਇਆ। ਅੱਜ ਅਦਨ ਦਾ ਬਾਗ ਆਪਾਂ ਵੇਖੀਏ ਵੀ ਜਿਹੜਾ ਧਰਤੀ ਦੇ ਥੱਲੇ ਆ। ਹਾਲੇਲੂਇਆ। ਹਾਂਜੀ ਪਤਰਸ ਜੀ ਪੜੋ ਉਹੀ ਜੋ ਪਹਿਲਾਂ ਪੜ੍ਹਿਆ ਸੀ ਆਪਾਂ ਸਭ ਤੋਂ। ਹਿਜਕੀਏਲ ਦੀ ਕਿਤਾਬ ਚੋਂ ਉਹਦਾ 16 ਭਾਗ ਵੀ ਪੜ੍ਹਨਾ। ਹੁਣ ਉਦੋਂ 18 ਆਇਤ ਪੜ੍ਹੀ ਸੀ, ਹੁਣ 16 ਆਇਤ ਪੜ੍ਹਨੀ ਹੈ।
31 ਦੀ 16 ਹਿਜਕੀਅਲ। ਜਿਸ ਵੇਲੇ ਮੈਂ ਉਹਨਾਂ ਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਗੋਰ ਵਿੱਚ ਡਿੱਗਦੇ ਹਨ ਪਤਾਲ ਵਿੱਚ ਧੱਕਾਂਗਾ, ਤਾਂ ਉਹਦੇ ਡਿੱਗਣ ਦੇ ਰੋਲੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ ਅਤੇ ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੁਣਵੇਂ ਚੰਗੇ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ। ਹਾਲੇਲੂਇਆ, ਹਾਲੇਲੂਇਆ। ਇਹ 16 ਆਇਤ ਪੂਰਾ ਕਨਫਰਮ ਕਰ ਦਿੰਦੀ ਆ। ਲਿਖਿਆ ਇੱਥੇ, ਹਾਂਜੀ ਪੜੋ ਪਤਰਸ ਜੀ ਨੂੰ। ਜਿਸ ਵੇਲੇ ਮੈਂ ਧਿਆਨ ਨਾਲ ਸੁਣਨਾ, ਉਹਨਾਂ ਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਗੋਰ ਵਿੱਚ ਡਿੱਗਦੇ ਹਨ ਪਤਾਲ ਵਿੱਚ ਧੱਕਾਂਗਾ, ਪਤਾਲ ਵਿੱਚ ਧੱਕਾਂਗਾ, ਤਾਂ ਉਹਦੇ ਡਿੱਗਣ ਦੇ ਰੋਲੇ ਨਾਲ ਉਹਦੇ ਡਿੱਗਣ ਦੇ ਰੌਲੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ ਸਾਰੀਆਂ ਕੌਮਾਂ ਕੰਬਣਗੀਆਂ ਅਤੇ ਅਦਨ ਦੇ ਸਾਰੇ ਰੁੱਖ, ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੁਣਵੇਂ ਚੰਗੇ ਰੁੱਖ, ਲੈਬਾਨੋਨ ਦੇ ਚੰਗੇ ਚੁਣਵੇਂ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ, ਧਰਤੀ ਦੇ ਪਤਾਲ ਦੇ ਵਿੱਚ। ਲਿਖਿਆ ਧਰਤੀ ਦੇ ਪਤਾਲ ਦੇ ਵਿੱਚ ਕੀ ਪਾਉਣਗੇ? ਸ਼ਾਂਤੀ ਪਾਉਣਗੇ। ਕਿੱਥੇ? ਧਰਤੀ ਦੇ ਉੱਪਰ ਵਿੱਚ, ਧਰਤੀ ਦੇ ਪਤਾਲ, ਧਰਤੀ ਦੇ ਪਤਾਲ ਦੇ ਵਿੱਚ। ਅਦਨ ਦਾ ਬਾਗ ਕਿੱਥੇ ਆ? ਅਦਨ ਦਾ ਬਾਗ ਕਿੱਥੇ ਆ? ਹਾਲੇਲੂਇਆ। ਤੇ ਜਿੱਥੇ ਬਾਗ ਆ ਤੇ ਰੁੱਖ ਵੀ, ਫਿਰ ਜੀਵਨ ਦਾ ਰੁੱਖ ਵੀ। ਹਾਲੇਲੂਇਆ। ਇਹ ਜਦੋਂ ਨਾ ਬਾਈਬਲ ਪੜ੍ਹਦੇ ਆ ਨਾ, ਖੁਦਾ ਉਦੋਂ ਡੀਪ ਗੱਲਾਂ ਸਿਖਾਉਂਦਾ, ਵੀ ਗਹਿਰੀਆਂ ਗੱਲਾਂ ਸਿਖਾਉਂਦਾ। ਅੱਜ ਤੱਕ ਮੈਂ ਵੀ ਇਹੀ ਸਮਝਦਾ ਸੀ ਵੀ ਬਾਗ ਕਿੱਥੇ ਆ? ਉੱਪਰ ਆ। ਬਾਗ ਕਿੱਥੇ ਆ ਜੀ? ਉੱਪਰ ਆ। ਪਰ ਜਦੋਂ ਖੁਦਾ ਦੇ ਕਲਾਮ ਨੂੰ ਚੰਗੀ ਤਰ੍ਹਾਂ ਸਟੱਡੀ ਕਰਦੇ ਆ, ਉਦੋਂ ਪਤਾ ਲੱਗਦਾ ਬਾਗ ਕਿੱਥੇ ਆ। ਸਾਡੇ ਤੇ ਬਹੁਤੇ ਪਾਸਟਰਾਂ ਲੋਕਾਂ ਨੂੰ ਵੀ ਨਹੀਂ ਪਤਾ ਵੀ ਅਦਨ ਦਾ ਬਾਗ ਕਿੱਥੇ ਆ। ਉਹਨਾਂ ਨੇ ਇਹੀ ਗੱਲ ਕਹਿਣੀ ਆ, ਕਿੱਥੇ ਆ ਜੀ? ਅਲੋਪ ਹੋ ਗਿਆ। ਉਹਨਾਂ ਨੇ ਇੱਕੋ ਗੱਲ ਕਹਿਣੀ, ਕੀ ਹੋ ਗਿਆ? ਜਿੱਦਾਂ ਡਾਇਨਾਸੌਰ ਅਲੋਪ ਹੋ ਗਏ, ਬਾਗ ਵੀ ਕੀ ਹੋ ਗਿਆ? ਪਰ ਜਦੋਂ ਬਾਈਬਲ ਨੂੰ ਧਿਆਨ ਨਾਲ ਪੜ੍ਹੋਗੇ ਨਾ, ਉਦੋਂ ਪਤਾ ਲੱਗਣਾ ਬਾਗ ਕਿੱਥੇ ਆ। ਹਾਲੇਲੂਇਆ। ਫਿਰ ਪਤਾ ਲੱਗਦਾ ਬਾਗ ਕਿੱਥੇ ਆ। ਇਹ ਪਤਾਲ ਦੇ ਵਿੱਚ ਆ। ਹੁਣ ਇੱਕ ਚੀਜ਼ ਹੋ ਰਿਹਾ, ਜਿਹੜਾ ਜੀਵਨ ਦਾ ਬ੍ਰਿਸ਼ ਸੀ ਨਾ, ਜਿਹੜੇ ਉਹ ਲੱਕੜ ਸੀਗੀ, ਜਿਹੜੀ ਇੰਗਲਿਸ਼ ਅਦਨ ਦੇ ਬਾਗ ਜੀਵਨ ਦੇ ਬ੍ਰਿਸ਼ ਵਾਸਤੇ ਇਸਤੇਮਾਲ ਹੋਈ ਆ, ਯਿਸੂ ਮਸੀਹ ਦੀ ਸਲੀਬ ਲਈ ਵੀ ਉਹੀ ਇੰਗਲਿਸ਼ ਇਸਤੇਮਾਲ ਹੋਈ ਆ। ਗੱਲ ਨੂੰ ਸਮਝ ਰਹੇ ਹੋ? ਨਹੀਂ ਸਮਝ ਰਹੇ? ਜਿਹੜਾ ਇੱਕ ਦਰਖਤ ਆ, ਜੋ ਉਹਨੂੰ ਟਰੀ ਕਹਿੰਦੇ ਆਪਾਂ, ਪਰ ਜਿਹੜਾ ਜੀਵਨ ਦਾ ਬ੍ਰਿਕਸ਼ ਹੈ ਨਾ, ਜਦੋਂ ਉਤਪਤੀ ਦੀ ਕਿਤਾਬ ਪੜ੍ਹਦੇ ਆ ਇੰਗਲਿਸ਼ ਦੇ ਵਿੱਚ, ਤਾਂ ਇਹਨੂੰ ਗ੍ਰੀਕ ਭਾਸ਼ਾ 'ਚ ਜਦੋਂ ਤੁਸੀਂ ਪੜ੍ਹੋਗੇ, ਜਿਹੜਾ ਸ਼ਬਦ ਜੀਵਨ ਦੇ ਬ੍ਰਿਸ਼ ਵਾਸਤੇ ਯੂਜ਼ ਹੋਇਆ ਵਾ, ਉਹ ਸ਼ਬਦ ਯਿਸੂ ਮਸੀਹ ਦੀ ਸਲੀਬ ਵਾਸਤੇ ਕੀ ਹੋਇਆ ਵਾ? ਸਮਝ ਆਈ ਹੁਣ ਗੱਲ ਦੀ? ਸਿਰਫ ਦੋ ਜਗ੍ਹਾ ਤੇ ਉਹ ਸ਼ਬਦ ਇਸਤੇਮਾਲ ਹੋਇਆ, ਇੱਕ ਯਿਸੂ ਮਸੀਹ ਦੀ ਸਲੀਬ ਵਾਸਤੇ ਤੇ ਦੂਸਰਾ ਜੀਵਨ ਦੇ ਬ੍ਰਿਸ਼ ਵਾਸਤੇ। ਅੱਜ ਜਿਹੜਾ ਇੱਕ ਅਦਨ ਦਾ ਬਾਗ ਹੈ, ਜਿਹੜਾ ਧਰਤੀ ਦੇ ਥੱਲੇ ਆ, ਇਹ ਉਦੋਂ ਆਉਣਾ ਜਦੋਂ ਯਿਸੂ ਮਸੀਹ ਦਾ ਰਾਜ ਹੋਣਾ ਵਾ। ਜਦੋਂ ਯਿਸੂ ਮਸੀਹ ਨੇ ਜੈਤੂਨ ਦੇ ਪਰਬਤ ਤੇ ਉਤਰਨਾ, ਪਰਬਤ ਦੋ ਭਾਗ ਹੋ ਜਾਣਾ, ਉਦੋਂ ਬਾਗ ਬਾਹਰ ਆਵੇਗਾ। ਨਦੀ ਬਵੇਗੀ ਯਿਸੂ ਮਸੀਹ ਦੇ ਲੱਤਾਂ ਦੇ ਵਿੱਚ, ਜੀ ਥੱਲੇ ਉਹਦੀ ਨਦੀ ਚੱਲੇਗੀ ਯਿਸੂ ਮਸੀਹ ਦੇ ਪਹਾੜ ਦੇ ਉੱਤੇ। ਜਦੋਂ ਖੜਾ ਹੋ, ਸਹਿਜ ਵੇਖੋ ਕਿੱਡਾ ਹੋਊਗਾ ਪਰਮੇਸ਼ਵਰ ਦਾ ਉਸ ਸਮੇਂ। ਲੱਤਾਂ ਦੇ ਥੱਲੇ ਉਹਦੀ ਨਦੀ ਵਗੇਗੀ, ਬਾਗ ਬਾਹਰ ਆਵੇਗਾ, ਉਦੋਂ ਜੀਵਨ ਬ੍ਰਿਸ਼ ਨਿਕਲਣਾ ਹੈ। ਇਹ ਉਹਨਾਂ ਲੋਕਾਂ ਲਈ ਹੋਣਾ ਜਿਹੜੇ ਲੋਕ ਧਰਤੀ ਤੇ ਰਹਿ ਜਾਣਗੇ, ਜਿਨ੍ਹਾਂ ਨੇ ਤੌਬਾ ਕਰਨੀ ਹੈ ਦੁੱਖਾਂ ਵਿੱਚ। ਜਦੋਂ ਐਂਟੀ ਕ੍ਰਾਈਸਟ ਆਊਗਾ, ਜਿਹੜੇ ਲੋਕ ਧੱਕੇ ਨਾਲ ਤੁਹਾਨੂੰ ਕਹਿਣਗੇ, ਆਹ ਬੋਲ ਓਏ, ਬੋਲ ਆਹ ਚੀਜ਼ ਬੋਲ, ਆਹ ਨਾਰਾ ਲਾ, ਯਿਸੂ ਮਸੀਹ ਨੂੰ ਛੱਡ ਦੇ, ਉਦੋਂ ਕੁੱਟ ਖਾ ਕੇ ਵੀ ਜਿਹੜੇ ਬਣੇ ਰਹਿਣਗੇ, ਜਿਨ੍ਹਾਂ ਨੇ ਬਾਅਦ ਚੋਂ ਪਛਤਾਤਾਪ ਕਰਨਾ ਵੀ ਵਾਕਿਆ ਵੀ ਉਦੋਂ ਮੈਨੂੰ ਕਹਿੰਦੇ ਸੀ ਯਿਸੂ ਮਸੀਹ ਨੂੰ ਮੰਨ ਲਾ, ਮੇਰੇ ਨਾਲ ਦੇ ਤਾਂ ਚੱਕੇ ਗਏ ਪ੍ਰਭੂ ਜੀ, ਪਰ ਮੈਂ ਹੁਣ ਮੰਨਦਾ ਵਾਂ, ਮੈਂ ਤੌਬਾ ਕਰਦਾ, ਉਹਨਾਂ ਵਾਸਤੇ ਉਹ ਜੀਵਨ ਬ੍ਰਿਸ਼ ਆਉਣਾ। ਪਰ ਜਿਹੜੇ ਤੁਸੀਂ ਹੋ, ਤੁਹਾਡੇ ਵਾਸਤੇ ਜੀਵਨ ਦਾ ਬ੍ਰਿਸ਼ ਪ੍ਰਭੂ ਯਿਸੂ ਮਸੀਹ ਆ, ਜਿਹੜੇ ਜਿਉਂਦੇ ਇਸ ਟਾਈਮ ਧਰਤੀ ਦੇ ਉੱਤੇ। ਤੁਹਾਡੇ ਲਈ ਜੀਵਨ ਦਾ ਫਲ ਪ੍ਰਭੂ ਯਿਸੂ ਮਸੀਹ ਆ। ਹਾਲੇਲੂਇਆ, 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 ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਦੇ ਬਾਰੇ ਅਸੀਂ ਪੜਾਂਗੇ ਯਹੂਨਾ ਦੀ ਇੰਜੀਲ 14 ਭਾਗ ਉਹਦੀ 6 ਆਇਤ।
ਕਿਉਂਕਿ ਕਰੂਸ ਦੇ ਉੱਤੇ ਜਦੋਂ ਯਿਸੂ ਮਸੀਹ ਲਟਕਾਇਆ ਗਿਆ ਉਹ ਫਲ ਸੀਗਾ। ਉਹ ਕੀ ਸੀਗਾ? ਫਲ ਸੀਗਾ। ਹਾਂਜੀ ਪੜੋ ਪਤਰਸ ਜੀ। ਯਿਸੂ ਨੇ ਉਹਨੂੰ ਆਖਿਆ, ਰਾਹ ਤੇ ਸੱਚਾਈ ਅਤੇ ਜੀਵਨ ਮੈਂ ਹਾਂ। ਹਾਲੇਲੂਇਆ, ਹਾਲੇਲੂਇਆ। ਕੀ ਆਖਿਆ ਪ੍ਰਭੂ ਨੇ? ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ। ਜੀਵਨ ਮੈਂ ਵਾਂ। ਹਾਲੇਲੂਇਆ, ਹਾਲੇਲੂਇਆ। ਫਲ ਕੌਣ ਹੈ ਜੀਵਨ ਦਾ? ਯਿਸੂ ਮਸੀਹ ਜੀਵਨ ਦਾ ਫਲ ਆ। ਇੱਕ ਜਿਹੜਾ ਦਰਖਤ ਹੈ ਨਾ ਏਦਨ ਦੇ ਬਾਗ ਵਾਲਾ, ਉਹ ਨਹੀਂ ਹਲੇ ਮਿਲਣਾ, ਉਹ ਧਰਤੀ ਦੇ ਥੱਲੇ ਉਦੋਂ ਉੱਪਰ ਆਉਣਾ ਜਦੋਂ ਯਿਸੂ ਮਸੀਹ ਸਾਨੂੰ ਬੱਦਲਾਂ ਤੇ ਲੈ ਜਾਵੇਗਾ। ਉਸ ਤੋਂ ਬਾਅਦ ਆ ਸ਼ੈਤਾਨ ਨੂੰ 1000 ਸਾਲ ਲਈ ਕੈਦ ਵਿੱਚ ਪਾਵੇਗਾ। ਫਿਰ ਯਿਸੂ ਮਸੀਹ ਦਾ ਜਦੋਂ ਰਾਜ ਆਵੇਗਾ ਉਹ ਉਦੋਂ ਮਿਲਣਾ। ਉਸ ਤੋਂ ਪਹਿਲਾਂ ਸਾਡੇ ਲਈ ਫਲ ਜਿਹੜਾ ਦਿੱਤਾ ਉਹ ਆ ਪ੍ਰਭੂ ਯਿਸੂ ਮਸੀਹ। ਹਾਲੇਲੂਇਆ। ਅੱਜ ਜਦੋਂ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰਦੇ ਹੋ, ਯਹੂਨਾ ਦੀ ਅੰਜੀਲ 10 ਭਾਗ ਉਹਦੀ 10 ਸੱਤ ਪੜ੍ਹ ਦਿਓ। ਯਹੂਨਾ ਦੀ ਅੰਜੀਲ 10 ਭਾਗ। ਚੋਰ ਨਹੀਂ ਹੁੰਦਾ ਪਰ ਇਸ ਲਈ ਜੋ ਚੁਰਾਵੇ। ਹਿੰਦੀ ਦੀ ਬਾਈਬਲ ਹੈਗੀ ਕਿਸੇ ਕੋਲ? ਪੜੋ ਉੱਚੀ ਆਵਾਜ਼ ਨਾਲ। ਹਿੰਦੀ ਵਿੱਚ ਅੱਛਾ ਲਿਖਿਆ ਹੋਇਆ ਹੈ, ਪੰਜਾਬੀ 'ਚ ਨਹੀਂ, ਥੋੜਾ ਸਹੀ ਨਹੀਂ ਆ ਟ੍ਰਾਂਸਲੇਸ਼ਨ ਕੀਤੀ ਗਈ। ਹਿੰਦੀ 'ਚ ਅੱਛੀ ਲਿਖੀ ਹੋਈ ਆ। ਮੈਂ ਕਰੋ ਫੜ ਕੇ ਦੌੜ ਕੇ। चोर किसी और काम के लिए नहीं परंतु केवल चोरी करने और घात करने और नष्ट करने को आता है। मैं इसलिए आया कि वे जीवन पाए और बहुतायत से पाए। हालेलुया, हालेलुया। यीशु मसीह क्यों आया भी ਅਸੀਂ ਕੀ ਪਾ ਲਈਏ? ਆਦਮ ਨੇ ਤਾਂ ਫਲ ਖਾ ਲਿਆ, ਭਲੇ ਵਾਲਾ ਤੇ ਬੁਰੇ ਦੀ ਪਹਿਚਾਣ ਵਾਲਾ ਜਿਹੜਾ ਮਨਾ ਕੀਤਾ ਸੀ, ਉਹਨੇ ਖਾ ਕੇ ਕਰ ਲਿਆ ਪਾਪ। ਪਰ ਯਿਸੂ ਮਸੀਹ ਜੀਵਨ ਦਾ ਫਲ ਬਣ ਕੇ ਆ ਗਿਆ ਵੀ ਜੋ ਕੋਈ ਯਿਸੂ ਮਸੀਹ ਨੂੰ ਖਾਊਗਾ, ਜਿਹੜਾ ਜੀਵਨ ਦੇ ਬ੍ਰਿਸ਼ ਤੋਂ ਖਾਊਗਾ, ਸਦਾ ਲਈ ਕੀ ਹੋ ਜਾਊਗਾ। ਤੇ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਉਹ ਸਦਾ ਲਈ ਕੀ ਹੋ ਚੁੱਕੇ ਆ। ਮੈਂ ਕਹਿੰਦਾ ਪਿੱਛੇ ਤਾਂ ਸਾਰੇ ਸੁੱਤੇ ਹੋਏ ਆ। ਉਹ ਇੰਨਾ ਸੋਹਣਾ ਕਲਾਮ ਦੱਸਣ ਡਿਆ ਤੁਹਾਨੂੰ, ਉਹ ਗੱਲ ਲੱਗ ਗਿਆ ਵੀ ਸਲੋ ਦੱਸਣ ਡਿਆ ਵੀ, ਕਿਉਂਕਿ ਇਹ ਸੁਣਾਏ ਇਸ ਤਰੀਕੇ ਨਾਲ ਜਾਣਾ ਵਾ, ਭੇਤ ਦੀਆਂ ਗੱਲਾਂ ਵਾ। ਜੇ ਮੈਂ ਤੇਜ਼ ਬੋਲੂੰਗਾ ਤੁਹਾਡੇ ਨਹੀਂ ਸਮਝ ਲੱਗਣਾ। ਜੀਵਨ ਦਾ ਬ੍ਰਿਸ਼ ਬਣ ਕੇ ਆਇਆ ਸਾਡੇ ਲਈ। ਕਿਉਂ? ਯਹੂਨਾ 15 ਵਿੱਚ ਕਹਿੰਦਾ ਮੈਂ ਸੱਚੀ ਅੰਗੂਰ ਦੀ। ਕਿਉਂ ਯਿਸੂ ਮਸੀਹ ਯਹੂਨਾ 6 ਵਿੱਚ ਕਹਿੰਦਾ ਮੈਂ ਜੀਵਨ ਦੀ। ਕਿਉਂ ਯਿਸੂ ਮਸੀਹ ਕਹਿੰਦਾ ਜੋ ਖਾਊਗਾ ਮੇਰੇ ਮਾਂਸ ਨੂੰ ਕੀ ਪਾਊਗਾ? ਹਾਲੇਲੂਇਆ। ਹੁਣ ਤੁਹਾਨੂੰ ਜੀਵਨ ਦਾ ਬ੍ਰਿਸ਼ ਕਿੱਥੋਂ ਲਿਆ ਕੇ ਦੇ ਦੇਵੇ ਪ੍ਰਭੂ? ਉਹ ਸਮਾਂ ਵਾ ਇੱਕ ਬਦਰੂਆਂ ਵਾਲੀ। ਮੈਂ ਤੈਨੂੰ ਕਿਉਂ ਗੱਲ ਦੱਸੀ ਸੀ? ਬਦਰੂਆਂ ਦਾ ਸਮਾਂ ਜਦੋਂ ਉਹਨਾਂ ਦਾ ਕੀ ਹੋਣਾ ਵਾ? ਨਿਆਂ। ਉਹ ਜੀਵਨ ਅਦਨ ਦੇ ਬਾਗ ਦਾ ਇੱਕ ਸਮਾਂ ਵਾ ਜਦੋਂ ਉਹਨੇ ਧਰਤੀ ਉੱਤੇ ਹੋਣਾ। ਉਸ ਤੋਂ ਪਹਿਲਾਂ ਤੁਹਾਨੂੰ ਪ੍ਰਭੂ ਕਿਹੜਾ ਫਲ ਖਵਾਵੇ? ਇਸ ਲਈ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ ਵੀ ਜਿਹੜਾ ਯਿਸੂ ਮਸੀਹ ਨੂੰ ਖਾਊਗਾ ਸਦਾ ਦਾ ਜੀਵਨ। ਤਾਰੀਫ ਕਰੋ ਯਿਸੂ ਮਸੀਹ ਲਈ। ਹਾਲੇਲੂਇਆ। ਕਲਾਮ ਦੀ ਸਮਝ ਆਈ ਆ? ਨਹੀਂ ਆਈ? ਆ ਗਈ ਆ ਤਾਂ ਫਿਰ ਦੁਬਾਰਾ ਸਟਾਰਟ ਕਰ ਦਵਾਂ? ਨਹੀਂ ਰਹਿਣ ਦਿਓ ਪਾਸਟਰ ਜੀ, ਅੱਗੇ ਟਾਈਮ। ਆਈ ਕਲਾਮ ਦੀ ਸਮਝ? ਦੋ ਬ੍ਰਿਸ਼ ਸੀਗੇ, ਭਲੇ ਤੇ ਬੁਰੇ ਵਾਲਾ ਤੇ ਇੱਕ ਜੀਵਨ ਦਾ। ਆਦਮ ਨੇ ਭਲੇ ਤੇ ਬੁਰੇ ਤੋਂ ਖਾ ਲਿਆ, ਪਾਪ ਕਰ ਲਿਆ। ਪਰਮੇਸ਼ਰ ਨੇ ਪਿਆਰ ਦੀ ਖਾਤਰ ਉਹਨੂੰ ਕੀ ਕੱਢਤਾ? ਬਾਹਰ ਕਿਤੇ ਜੀਵਨ ਦੇ ਤੋਂ ਨਾ ਖਾ ਲਵੇ। ਇਹ ਨਾ ਹੋਵੇ ਵੀ ਪਾਪ ਵਿੱਚ ਅਮਰ ਹੋ ਜਾਵੇ, ਪਾਪ ਵਿੱਚ ਅਮਰ ਹੋ ਜਾਵੇ, ਇਹਦਾ ਛੁਟਕਾਰਾ ਹੀ ਨਹੀਂ ਹੋਣਾ। ਇਸ ਲਈ ਪ੍ਰਭੂ ਨੇ ਉਹਨੂੰ ਬਾਹਰ ਭੇਜਿਆ, ਤਦਨ ਦੇ ਬਾਗ ਨੂੰ ਧਰਤੀ ਦੇ ਹੇਠਾਂ ਭੇਜਿਆ। ਫਿਰ ਪਰਮੇਸ਼ਰ ਨੇ ਸੋਚਿਆ ਜਿਹੜੇ ਧਰਤੀ ਦੇ ਉੱਤੇ ਲੋਕ ਰਹਿੰਦੇ ਨੇ ਇਹਨਾਂ ਨੂੰ ਅਮਰ ਕਿੱਦਾਂ ਕਰਨਾ ਵਾ, ਇਹਨਾਂ ਨੂੰ ਮੈਂ ਆਪਣੇ ਨਾਲ ਕਿੱਦਾਂ ਰੱਖਣਾ ਵਾ। ਮੈਂ ਆਪਣੇ ਬੰਦੇ ਨੂੰ, ਆਪਣੇ ਬੱਚੇ ਨੂੰ, ਆਪਣੇ ਬੇਟੇ ਨੂੰ, ਆਪਣੇ ਬਾਪ ਨੂੰ, ਆਪਣੀ ਧੀ ਨੂੰ, ਆਪਣੇ ਪੁੱਤ ਨੂੰ ਆਪਣੇ ਨਾਲ ਕਿੱਦਾਂ ਰੱਖਣਾ। ਉਹਦੇ ਵਾਸਤੇ ਪਰਮੇਸ਼ਰ ਨੇ ਆਪਣਾ ਜੀਵਨ ਦਾ ਬ੍ਰਿਸ਼ ਯਿਸੂ ਮਸੀਹ ਨੂੰ ਜੋ ਸਵਰਗ ਦੇ ਵਿੱਚ ਆ ਧਰਤੀ ਉੱਤੇ ਭੇਜਤਾ। ਜੋ ਕੋਈ ਪ੍ਰਭੂ ਦਾ ਨਾਮ ਲਊਗਾ ਉਹੀ ਬਚਾਇਆ। ਤਾਰੀਫ ਕਰੋ ਯਿਸੂ ਮਸੀਹ ਦੇ ਲਈ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ। ਹਾਲੇਲੂਇਆ। ਕਿਉਂ ਲਿਖਿਆ ਬਾਈਬਲ ਦੇ ਵਿੱਚ? ਜੋ ਕੋਈ ਪ੍ਰਭੂ ਦਾ ਨਾਮ ਲਊਗਾ, ਜੋ ਕੋਈ ਯਿਸੂ ਨਾਮ ਲਊਗਾ। ਹਾਲੇਲੂਇਆ। ਜੀਵਨ ਦਾ ਬ੍ਰਿਸ਼ ਮਿਲ ਗਿਆ।
ਮਿਲ ਗਿਆ ਖਾ ਲਿਆ ਕਿਉਂ 34 ਜ਼ਬੂਰ ਦੀ 6 ਅਧ ਵਿੱਚ ਲਿਖਿਆ ਚੱਖੋ ਤੇ ਵੇਖੋ ਯਹੋਵਾ। ਪਰਮੇਸ਼ਵਰ ਖਾਣ ਵਾਲੀ ਚੀਜ਼ ਆ। ਫਲ ਹੀ ਖਾਈਦਾ ਨਾ, ਫਲ ਹੀ ਖਾਂਦੇ ਆ। ਪਰਮੇਸ਼ਵਰ ਸਾਡੇ ਲਈ ਕੀ ਬਣ ਗਿਆ? ਹਾਲੇਲੂਇਆ। ਦੇਖੋ ਕਲਾਮ ਸ਼ੁਰੂ ਕਿੱਥੋਂ ਕੀਤਾ, ਤੁਹਾਨੂੰ ਸਮਝਾਉਣ ਦੇ ਲਈ ਮੈਨੂੰ ਕਿੰਨਾ ਦਿਮਾਗ ਲਾਉਣਾ ਪਿਆ, ਤੁਹਾਨੂੰ ਦੱਸਣਾ ਪਿਆ ਵੀ ਉਹ ਜੀਵਨ ਦਾ ਬ੍ਰਿਸ਼ ਧਰਤੀ ਦੇ ਥੱਲੇ ਚਲਾ ਗਿਆ, ਜਿਹੜਾ ਇਸ ਟਾਈਮ ਸੀਗਾ ਧਰਤੀ ਦੇ ਉੱਤੇ। ਲੋਕ ਲੱਭਦੇ ਫਿਰਦੇ ਆ ਉਹਨੂੰ, ਕਦੀ ਕਿਤੇ ਖੋਜਦਾ, ਕੋਈ ਕਿਤੇ ਖੋਜਣ ਡਿਆ। ਅੱਜ ਵੀ ਉਹਦੀ ਖੋਜ ਚੱਲਦੀ ਪਈ ਆ। ਗੂਗਲ ਤੇ ਸਰਚ ਕਰਕੇ ਦੇਖਿਓ, ਲਾਈਫ ਆਫ ਟਰੀ, ਉਹਨੂੰ ਲੱਭਦੇ ਪਏ ਆ। ਪਰ ਲੋਕਾਂ ਨੂੰ ਪਤਾ ਹੀ ਨਹੀਂ ਉਹ ਲਾਈਫ ਆਫ ਟਰੀ ਆਇਆ ਵਾ, ਲਾਈਫ ਆਫ ਬ੍ਰੈਡ ਆ ਚੁੱਕਾ ਵਾ। ਵੀ ਯਿਸੂ ਮਸੀਹ ਜਿਹੜਾ ਧਰਤੀ ਦੇ ਉੱਤੇ ਜਿਹੜਾ ਆ ਚੁੱਕਾ ਵਾ, ਜੋ ਕੋਈ ਉਹਦਾ ਨਾਮ ਲਊਗਾ ਉਹੀ ਬਚਾਇਆ ਜਾਊਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦਾ ਜੋ ਨਾਮ ਲਊਗਾ ਉਹੀ ਬਚਾਇਆ ਜਾਊਗਾ। ਹਾਲੇਲੂਇਆ। ਜੀਵਨ ਦਾ ਬ੍ਰਿਸ਼ ਕਰੂਸ, ਕਿਉਂ ਮੈਂ ਕਹੀ ਸਲੀਬ ਨੂੰ ਔਰ ਜੀਵਨ ਦੇ ਬ੍ਰਿਸ਼ ਨੂੰ ਇੱਕੋ ਹੀ ਨਾਮ ਦਿੱਤਾ ਗਿਆ। ਜਦੋਂ ਗ੍ਰੀਕ ਬਾਈਬਲ ਪੜ੍ਹਦੇ ਨਾ, ਗ੍ਰੀਕ ਦੇ ਵਿੱਚ ਉਹ ਸ਼ਬਦ, ਜੋ ਸ਼ਬਦ ਉਹਦੇ ਲਈ ਯੂਜ਼ ਹੋਇਆ ਉਹੀ ਕਰੂਸ ਵਾਸਤੇ ਸ਼ਬਦ ਇਸਤੇਮਾਲ ਹੋਇਆ। ਉਹਦਾ ਕਾਰਨ ਸੀਗਾ, ਉਹਦਾ ਕਾਰਨ ਇਹ ਸੀ ਜਿੱਦਾਂ ਜੀਵਨ ਦੇ ਬ੍ਰਿਸ਼ ਲਈ ਉਹ ਇੰਗਲਿਸ਼ ਗ੍ਰੀਕ ਸ਼ਬਦ ਬੋਲਿਆ ਗਿਆ, ਉਸੇ ਤਰ੍ਹਾਂ ਯਿਸੂ ਮਸੀਹ ਦੀ ਸਲੀਬ ਲਈ, ਕਿਉਂਕਿ ਫਲ ਲੱਕੜ ਦੇ ਉੱਤੇ ਲੱਗਾ ਸੀ। ਜਿੱਦਾਂ ਦਰਖਤ ਦੇ ਉੱਤੇ ਫਲ ਲੱਗਦਾ, ਇਸੇ ਤਰ੍ਹਾਂ ਯਿਸੂ ਮਸੀਹ ਵੀ ਸਲੀਬ ਦੇ ਉੱਤੇ। ਹਾਲੇਲੂਇਆ, ਹਾਲੇਲੂਇਆ। ਮੈਂ ਤਾਂ ਜੀਵਨ ਦੇ ਬ੍ਰਿਸ਼ ਤੋਂ ਖਾਦਾ ਵਾ, ਤੇ ਤੁਸੀਂ ਕਿਤੇ ਅੱਜ ਵੀ ਭਲੇ ਤੇ ਬੁਰੇ ਵਾਲੇ ਬ੍ਰਿਸ਼ ਤੋਂ ਨਾ ਖਾ ਲਿਓ। ਪਰਮੇਸ਼ਵਰ ਨੂੰ ਸਿਆਣੇ ਲੋਕਾਂ ਤੋਂ ਬਹੁਤ ਨਫ਼ਰਤ ਆ। ਬਾਈਬਲ ਪੜ੍ਹ ਕੇ ਵੇਖਿਓ, ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ, ਪਰਮੇਸ਼ਵਰ ਕਹਿੰਦਾ ਮੇਰੇ ਭਾਣੇ ਕੀ ਆ ਉਹ ਮੂਰਖ। ਤੇ ਪਰਮੇਸ਼ਵਰ ਕਹਿੰਦਾ ਜਿਹੜਾ ਮੂਰਖ ਆ ਉਹਨੂੰ ਮੈਂ। ਹਾਲੇਲੂਇਆ। ਬੋਲੋ ਅਸੀਂ ਕੌਣ ਆ? ਹੁਣ ਸਿਆਣੇ ਹੋ ਗਏ ਆ, ਕਿਉਂਕਿ ਪ੍ਰਭੂ ਨੇ ਤੁਹਾਨੂੰ ਚੁਣ ਲਿਆ। ਮੂਰਖਾਂ ਨੂੰ ਪ੍ਰਭੂ ਨੇ ਚੁਣ ਲਿਆ, ਸਿਆਣਿਆਂ ਨੂੰ ਕੀ ਕਰ ਸਕੋ? ਲੱਜਾਵਾਨ ਕਰ ਸਕੋ। ਹਾਲੇਲੂਇਆ। ਇਹ ਆ ਜੀਵਨ ਦਾ ਬ੍ਰਿਸ਼। ਪ੍ਰਭੂ ਨੂੰ ਜਿੱਦਾਂ ਸੇਬ ਖਾਣ ਨਾਲ ਕਈ ਕੁਛ ਹੁੰਦਾ ਨਾ, ਵਿਟਾਮਿਨ, ਕਈਆਂ ਵਿਟਾਮਿਨ ਮਿਲਦੇ ਆ। ਜਿੱਦਾਂ ਕੀਵੀ ਦਾ ਫਰੂਟ ਖਾਣ ਨਾਲ ਸੈੱਲਾਂ ਦੀ ਕਮੀ ਕੀ ਹੋ ਜਾਂਦੀ ਆ? ਪੂਰੀ ਹੋ ਜਾਂਦੀ ਆ। ਜਿੱਦਾਂ ਕਿਸੇ ਮਾਈ ਦੇ ਸੈੱਲ ਕੱਟ ਕੇ ਡਾਕਟਰ ਕਹਿੰਦਾ ਮਾਈ ਤੇਰੇ ਸੈੱਲ ਕੱਟ ਕੇ ਤੇਰੇ ਸੈੱਲ ਪਾਉਣੇ ਪੈਣੇ, ਕਹਿੰਦੀ ਕਿਹੜੀ ਪਵਾਵਾਂ, 10 ਰੁਪਏ ਵਾਲੇ ਕਿ 20 ਰੁਪਏ ਵਾਲੇ? ਤੁਹਾਨੂੰ ਪਤਾ ਸੈੱਲ ਵੀ ਮਿਲਦੇ ਨੇ, ਸੈੱਲ ਵੀ ਮਿਲਦੇ ਨੇ ਜਿਹੜੇ ਬੰਦੇ ਦੇ ਘਟ ਜਾਂਦੇ ਨੇ, ਜਦੋਂ ਦੂਜੇ ਦੇ ਸੈੱਲ ਲੈ ਕੇ ਦੂਜੇ ਦੇ ਸੈੱਲ ਪਾਉਂਦੇ ਬੰਦੇ ਦੇ। ਤੇ ਮਾਈ ਨੂੰ ਵਿਚਾਰੀ ਨੂੰ ਪਤਾ ਨਹੀਂ ਸੀ, ਉਹ ਕਹਿੰਦੀ ਕਰੇ ਸਾਡੇ ਨਾਮੀ ਦੀ ਦੁਕਾਨ ਤੋਂ ਮਿਲ ਜਾਣੇ 20 ਰੁਪਏ ਵਾਲੇ ਸੈੱਲ ਐਵਰੀਡੇ। ਹਾਲੇਲੂਇਆ। ਯਿਸੂ ਮਸੀਹ ਨੂੰ ਖਾਣ ਦੇ ਨਾਲ ਬਹੁਤ ਫਾਇਦੇ ਆ। ਇੱਕ ਤਾਂ ਤੁਹਾਡੀ ਰੂਹ ਅਮਰ ਹੋ ਜਾਣੀ ਆ, ਸਾਲਾਂ ਤੱਕ ਜੀਂਦੇ ਰਹੋਗੇ। ਜਿਹੜੇ ਯਿਸੂ ਮਸੀਹ ਨੂੰ ਖਾਣਗੇ ਉਹਨਾਂ ਬਾਰੇ ਲਿਖਿਆ, ਉਹਨਾਂ ਲਈ ਕਦੀ ਵੀ ਮੌਤ, ਅਗਾਂਹ ਨੂੰ ਮੌਤ। ਯਿਸੂ ਮਸੀਹ ਨੂੰ ਜਿਹੜੇ ਖਾਣਗੇ ਕਦੀ ਵੀ ਮੌਤ। ਹਾਲੇਲੂਇਆ। ਫਿਰ ਫਲ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ? ਅੱਜ ਵੀ ਫਲ ਤੁਹਾਡੇ ਵਿੱਚ ਘੁੰਮਦਾ, ਅੱਜ ਵੀ ਚਰਚਾਂ ਵਿੱਚ ਫਲ ਵਰਤਾਇਆ ਜਾਂਦਾ, ਪਰ ਅਸੀਂ ਖਾਂਦੇ ਨਹੀਂ। ਅਸੀਂ ਤਮਾਕੂ ਚੁਣਦੇ ਹਾਂ, ਅਸੀਂ ਗੰਦਗੀ ਚੁਣਦੇ ਹਾਂ, ਅਸੀਂ ਬੀੜੀ ਸਿਗਰਟ ਨਸ਼ਾ ਚੁਣਦੇ ਹਾਂ। ਜੀਵਨ ਦੇ ਫਲ ਨੂੰ ਛੱਡ ਕੇ ਅਸੀਂ ਸ਼ਰਾਬ ਚੁਣਦੇ ਹਾਂ। ਜੀਵਨ ਦੇ ਫਲ ਨੂੰ ਛੱਡ ਕੇ ਅਸੀਂ ਗੰਦਗੀ ਚੁਣਦੇ ਹਾਂ। ਪਰ ਮੈਂ ਕਹਿੰਦਾ ਇਹ ਦੁਬਾਰਾ ਮੌਕਾ ਨਹੀਂ ਮਿਲਣਾ, ਇਹ ਦੁਬਾਰਾ ਮੌਕਾ ਨਹੀਂ ਮਿਲਣਾ। ਇਸ ਲਈ ਅੱਜ ਵੀ ਫਲ ਤੁਹਾਡੇ ਵਿੱਚ ਘੁੰਮਦਾ ਏ। ਜਦੋਂ ਤੁਸੀਂ ਕਹਿੰਦੇ ਹੋ ਨਾ ਪ੍ਰਭੂ ਜੀ ਮੈਂ ਤੁਹਾਨੂੰ ਆਪਣਾ ਜੀਵਨ ਦਾਤਾ, ਮੁਕਤੀ ਦਾਤਾ ਗ੍ਰਹਿਣ ਕਰਦਾ, ਉਦੋਂ ਤੁਸੀਂ ਫਲ ਤੇ ਦੰਦੀ ਵੱਢਦੇ ਆ। ਹਾਲੇਲੂਇਆ। ਯਿਸੂ ਮਸੀਹ ਨੂੰ ਜਦੋਂ ਤੁਸੀਂ ਕਬੂਲ ਕਰਦੇ ਆ, ਉਦੋਂ ਤੁਸੀਂ ਫਲ ਤੇ ਕੀ ਵੱਢਦੇ ਆ? ਤੇ ਜਿਹੜਾ ਯਿਸੂ ਮਸੀਹ ਦਾ ਨਾਮ ਲੈਂਦਾ ਵਾ, ਕਲਾਮ 'ਚ ਲਿਖਿਆ ਰੋਮੀਆਂ 10:9 ਵਿੱਚ, ਹਰੇਕ ਜ਼ੁਬਾਨ ਜਿਹੜੀ ਇਕਰਾਰ ਕਰੇਗੀ ਉਹੀ ਮੁਕਤੀ। ਤੇ ਫਲ ਕਾਹਦੇ ਨਾਲ ਖਾਂਦੇ ਆ? ਮੂੰਹ ਨਾਲ ਖਾਂਦੇ ਆ ਕਿ ਨਹੀਂ ਖਾਂਦੇ? ਮੈਨੂੰ ਦੱਸੋ ਫਲ ਕਾਹਦੇ ਨਾਲ ਖਾਂਦੇ ਆ? ਕਿੱਦਾਂ ਖਾਂਦੇ ਆ? ਖਾ ਕੇ ਦਿਖਾਓ, ਖਾ ਕੇ ਦਿਖਾਓ, ਮਾਰੋ ਮੂੰਹ, ਦੰਦੀ ਵੜ ਕੇ ਮੂੰਹ ਨਾਲ ਖਾਂਦੇ ਆ। ਤੇ ਯਿਸੂ ਮਸੀਹ ਵੀ ਕਾਹਦੇ ਨਾਲ ਖਾਣਾ ਵਾ? ਬਾਈਬਲ 'ਚ ਲਿਖਿਆ ਇਕਰਾਰ ਕਾਹਦੇ ਨਾਲ ਕਰਨਾ? ਹਾਲੇਲੂਇਆ।
ਇਹ ਆ ਭੇਤ ਬਾਈਬਲ ਦਾ ਵੀ ਜੀਵਨ ਦਾ ਬ੍ਰਿਸ਼ ਸਾਡੇ ਲਈ ਪਰਮੇਸ਼ਵਰ ਨੇ ਭੇਜਿਆ ਧਰਤੀ ਉੱਤੇ। ਜੋ ਕੋਈ ਵੀ ਖਾਊਗਾ ਸਦੀਪਕ ਜੀਵਨ। ਹਾਲੇਲੂਇਆ। ਅੱਜ ਤੋਂ ਫਲ ਖਾਣਾ ਜਾਂ ਨਹੀਂ ਖਾਣਾ? ਇਹਦੇ ਨਾਲ ਸ਼ੂਗਰ ਨਹੀਂ ਵਧਣੀ, ਇਹਦੇ ਨਾਲ ਬੀਪੀ ਨਹੀਂ ਵਧਣਾ, ਇਹਦੇ ਨਾਲ ਤੁਹਾਨੂੰ ਫਾਇਦਾ ਹੋਣਾ ਵਾ। ਬਾਈਬਲ 'ਚ ਲਿਖਿਆ ਜਿਹੜਾ ਜੀਵਨ ਦਾ ਬ੍ਰਿਸ਼ ਖਾਂਦਾ ਨਾ ਉਹਦੇ ਵਿੱਚ ਰੋਗ ਨਾ ਬਿਮਾਰੀ ਹੋਵੇਗੀ, ਨਾ ਹੀ ਰੋਣਾ ਹੋਵੇਗਾ, ਔਰ ਸਦਾ ਹੀ ਕੀ ਰਹੂਗਾ ਉਹ। ਤੇ ਜਿਹੜੇ ਯਿਸੂ ਮਸੀਹ ਨੂੰ ਖਾ ਲੈਂਦੇ ਨੇ ਉਹ ਕੀ ਰਹਿੰਦੇ ਨੇ ਸਦਾ। ਹਾਲੇਲੂਇਆ। ਫਲ ਖਾ ਲਿਆ ਨਾ? ਬੋਲੋ ਆਪਣੀ ਜ਼ੁਬਾਨ ਤੋਂ, ਪ੍ਰਭੂ ਜੀ ਮੈਂ ਆਪਣੀ ਜ਼ੁਬਾਨ ਤੋਂ ਇਕਰਾਰ ਕਰਦਾ ਵਾਂ, ਤੁਹਾਨੂੰ ਆਪਣਾ ਮੁਕਤੀ ਦਾਤਾ ਮੰਨਦਾ ਵਾਂ। ਔਰ ਪ੍ਰਭੂ ਜੀ ਤੁਸੀਂ ਮੇਰੇ ਲਈ ਅੱਛਾ ਜੀਵਨ ਲੈ ਕੇ ਆਏ ਹੋ। ਮੈਂ ਤੁਹਾਡਾ ਧੰਨਵਾਦ ਕਰਦਾ ਔਰ ਮੈਂ ਸਦਾ ਤੱਕ ਤੁਹਾਡੇ ਨਾਲ ਰਹਿਣਾ ਚਾਹੁੰਦਾ ਵਾਂ। ਔਰ ਪਰਮੇਸ਼ਵਰ ਜੀ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਸੀਂ ਜੀਵਨ ਦਾ ਬ੍ਰਿਕਸ਼ ਭੇਜਿਆ ਮੇਰੇ ਵਾਸਤੇ। ਔਰ ਇਸ ਫਲ ਨੂੰ ਖਾ ਕੇ ਮੈਂ ਅਮਰ ਹੋ ਚੁੱਕਾ ਵਾਂ। ਆਮੇਨ। ਸਦੀਪਕ ਜੀਵਨ ਦਿੱਤਾ ਪ੍ਰਭੂ ਨੇ ਸਾਨੂੰ। ਕਿਹੜਾ ਜੀਵਨ ਦਿੱਤਾ? ਕਿਉਂਕਿ ਬਾਈਬਲ 'ਚ ਲਿਖਿਆ ਯਿਸੂ ਮਸੀਹ ਨੇ ਜਦੋਂ ਯਹੋਨਾ 10:10 ਪੜ੍ਹੀ ਆ ਹਿੰਦੀ ਦੇ ਵਿੱਚ ਵੀ ਪ੍ਰਭੂ ਕਹਿੰਦਾ ਮੈਂ ਕੀ ਦੇਣਾ ਆ ਤੁਹਾਨੂੰ? ਜੀਵਨ ਦੇਣਾ ਆ। ਕਿਹੜਾ ਦੇਣਾ ਆ? ਸਦੀਪਕ ਜੀਵਨ ਦੇਣਾ ਆ ਪਰਮੇਸ਼ਵਰ। ਹਾਲੇਲੂਇਆ। ਫਿਰ ਪਰਮੇਸ਼ਵਰ ਯਹੋਨਾ 14:6 ਵਿੱਚ ਕਹਿੰਦਾ ਵਾ ਰਾਹ ਸੱਚਾਈ ਤੇ ਜੀਵਨ। ਜੀਵਨ ਕੌਣ ਆ? ਯਿਸੂ ਮਸੀਹ। ਜੀਵਨ ਦਾ ਬ੍ਰਿਸ਼ ਕੌਣ ਆ? ਹਾਲੇਲੂਇਆ। ਅੱਜ ਤੁਹਾਨੂੰ ਇੱਕ ਗੁਲਾਮ ਦਾ ਭੇਤ ਦਿੱਤਾ ਹੈ। ਅਦਨ ਦਾ ਬਾਗ ਧਰਤੀ ਦੇ ਥੱਲੇ, ਜੀਵਨ ਦਾ ਬ੍ਰਿਸ਼ ਧਰਤੀ ਦੇ ਥੱਲੇ। ਯਿਸੂ ਮਸੀਹ ਜੀ ਜਦੋਂ ਸਲੀਬ ਦੇ ਉੱਤੇ ਚਾੜੇ ਸੀ ਤੇ ਕਿੱਥੇ ਚਲੇ ਗਏ ਸੀ ਬਾਅਦ ਵਿੱਚ? ਬੋਲੋ। 3 ਦਿਨ ਯਿਸੂ ਮਸੀਹ ਕਿੱਥੇ ਰਹੇ? ਧਰਤੀ ਦੇ। ਤੇ ਜਦੋਂ ਫਰਿਸ਼ਤੇ ਆਏ ਤੇ ਯਿਸੂ ਮਸੀਹ ਧਰਤੀ ਤੋਂ। ਹਾਲੇਲੂਇਆ। ਹਾਲੇਲੂਇਆ। ਯਿਸੂ ਮਸੀਹ ਧਰਤੀ ਤੋਂ ਥੱਲਿਓਂ ਬਾਹਰ ਆ ਗਿਆ, ਜੀ ਉੱਠੇ। ਉਦੋਂ ਸਾਨੂੰ ਜੀਵਨ ਦਾ ਬ੍ਰਿਸ਼ ਮਿਲਿਆ, ਉਦੋਂ ਸਾਨੂੰ ਚੌਖਾ ਜੀਵਨ ਮਿਲਿਆ। ਹਾਲੇਲੂਇਆ। ਤਾਰੀਫ ਕਰੋ ਅੱਜ ਦੇ ਕਲਾਮ ਦੇ ਲਈ।